ਵਾਹਿਗੁਰੂ 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 ਵਾਹਿਗੁਰੂ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਕੰਦਨਾ ਦੋਖ ਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ ਬਿਗਨਨ ਕੇ ਨਾਸ਼। ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬੋਰੀ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾਪੁਰ ਪੁੰਨ ਪੁੰਨ ਸੀ ਸਾਜੀ ਪੁੰਨ ਪੁੰਨ ਸੀ ਸਾ। ਬੰਦੋਂ ਬਾਰ ਬਾਰ ਜਗਦੀਸ਼ ਬੰਦੋਂ ਬਾਰ ਬਾਰ ਜਗਦੀਸ਼। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਆਪ ਜੀ ਸ਼ਾਮ ਦੇ ਦੀਵਾਨਾਂ ਅੰਦਰ ਜੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਕਥਾ ਚੱਲ ਰਹੀ ਹੈ, ਉਸ ਦੇ ਅੰਦਰ ਸਾਂਝ ਪਾਉਣ ਦੇ ਲਈ ਸ਼ਰਵਣ ਕਰਨ ਦੇ ਲਈ ਸਤ ਸੰਗਤ ਵਿੱਚ ਜੁੜ ਬੈਠੇ ਹੋ। ਕੱਲ ਆਪ ਜੀ ਨੇ ਇਹ ਸ਼ਰਵਣ ਕੀਤਾ ਸੀ, ਮਹਾਰਾਜ ਜੀ ਨੇ ਇਹ ਦੱਸਿਆ ਸੀ ਗ੍ਰਸਤੀ ਬਣਨਾ ਚੰਗਾ ਹੈ ਜਾਂ ਫਿਰ ਬ੍ਰਹਮਚਾਰੀ ਬਣਨਾ ਚੰਗਾ ਹੈ। ਮਹਾਰਾਜ ਸਾਹਿਬ ਜੀ ਨੇ ਦੱਸਿਆ ਸੀ ਜਿਹੜਾ ਗ੍ਰਸਤੀ ਮਨੁੱਖ ਹੁੰਦਾ ਹੈ ਉਹਦੇ ਜਿਹੜੇ ਕਰਮ ਨੇ ਉਹ ਇਕੱਠੇ ਹੁੰਦੇ ਰਹਿੰਦੇ ਨੇ, ਸੰਨਿਆਸੀ ਦੇ ਕਰਮ ਨੇ ਜਿਹੜੇ ਉਹ ਖਤਮ ਹੁੰਦੇ ਰਹਿੰਦੇ ਨੇ। ਕਿਸੇ ਦੇ ਘਰ ਦਾ ਉਹਨੇ ਪ੍ਰਸ਼ਾਦਾ ਛਕਣਾ ਹੁੰਦਾ ਹੈ, ਕਿਸੇ ਦੇ ਘਰ ਦੇ ਉਹ ਵਸਤਰ ਪਾਉਂਦਾ ਹੈ, ਜੇ ਉਹਦਾ ਜਪ ਤਪ ਨਹੀਂ, ਜਿੰਨਾ ਕੋ ਦਿਨ ਵਿੱਚ ਕਮਾਉਂਦਾ ਹੈ ਉਨਾ ਕੀ ਲਟਾ ਦਿੰਦਾ ਹੈ। ਗ੍ਰਸਤੀ ਆਪਣੇ ਕਰਮ ਬਣਾਉਂਦਾ ਹੈ, ਜਿੰਨਾ ਨਾਮ ਜਪਦਾ ਉਹਦੇ ਕੋਲ ਰਹਿੰਦੇ ਨੇ, ਤੇ ਜੇ ਕੋਈ ਉਹ ਦਾਨ ਪੁੰਨ ਕਿਸੇ ਨੂੰ ਗੁਰਸਿੱਖ ਨੂੰ ਕਿਸੇ ਨਾਮ ਜਪਣ ਵਾਲੇ ਨੂੰ ਛਕਾਉਂਦਾ ਹੈ ਉਹ ਉਹਦੇ ਕਰਮ ਹੋਰ ਬਣਦੇ ਰਹਿੰਦੇ ਨੇ। ਹੁਣ ਮਹਾਰਾਜ ਸਾਹਿਬ ਜੀ ਅੱਜ ਅੱਗੇ ਭਗਤੀ ਕਿੰਨੇ ਪ੍ਰਕਾਰ ਦੀ ਹੈ ਉਹ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਚੱਲ ਕੇ ਆਉਂਦੇ ਨੇ, ਤਿੰਨ ਖਾਨੂ ਮਹੀਆ ਅਤੇ ਗੋਬਿੰਦ ਭੰਡਾਰੀ। ਇਹ ਤਿੰਨੇ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ ਭਗਤੀ ਦੇ ਬਾਰੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੂਜੈ ਪ੍ਰੇਮਾ ਭਗਤ ਵਿਚਾਰੀ ਪਰਾ ਭਗਤ ਤ੍ਰਿਤੀਏ ਨਿਰਧਾਰੀ। ਮਹਾਰਾਜ ਜੀ ਕਹਿੰਦੇ ਪਹਿਲੀ ਭਗਤੀ ਸੁਖਦਾਈ ਹੈ
ਦੂਜੀ ਭਗਤੀ ਦਾ ਨਾਂ ਹੈ ਪ੍ਰੇਮਾ ਭਗਤੀ, ਪਰਮੇਸ਼ਰ ਨੂੰ ਪ੍ਰੇਮ ਕਰਨਾ। ਔਰ ਤੀਜੀ ਕਹਿੰਦੇ ਹਨ ਪਰਾ ਭਗਤੀ। ਪ੍ਰਥਮ ਸੁਣੋ ਨਵਦਾ ਕੇ ਭੇਦ, ਪ੍ਰਾਪਤ ਭਏ ਵਿਨਾਸ਼ੇ ਖੇਦ। ਮਹਾਰਾਜ ਕਹਿੰਦੇ ਨੇ ਪਹਿਲਾਂ ਜਿਹੜੇ 9 ਪ੍ਰਕਾਰ ਦੀ ਭਗਤੀ ਹੈ ਇਹਦੇ ਭੇਦ ਸੁਣੋ। ਜਿਸ ਕਿਸੇ ਨੂੰ ਵੀ ਇਹ ਪ੍ਰਾਪਤ ਹੋ ਜਾਂਦੀ ਹੈ ਉਹਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਂਦੇ ਨੇ। ਔਰ ਜਦੋਂ ਬੰਧਨ ਕੱਟੇ ਜਾਂਦੇ ਨੇ ਮੁਕਤੀ, ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ। ਆਪਾਂ ਕਈ ਵਾਰੀ ਇਹ ਵਿਚਾਰ ਕੀਤੀ ਹੈ, ਮਨੁੱਖ ਦੇ ਅੰਦਰ ਇੱਕ ਯੁੱਧ ਚੱਲ ਰਿਹਾ ਹੈ। ਇਹਦੇ ਅੰਦਰ ਵਿਚਾਰਾਂ ਦਾ, ਦਵੰਦ ਦਾ, ਚਿੰਤਾ ਦਾ ਇੱਕ ਯੁੱਧ ਹੈ। ਮਨੁੱਖ ਉਸ ਨੂੰ ਦੂਰ ਕਰਨ ਦੇ ਲਈ ਕਈ ਵਾਰੀ, ਕਿਉਂਕਿ ਮਨੁੱਖ ਅਕੇਲਾ ਨਹੀਂ ਬੈਠ ਸਕਦਾ, ਦੂਰ ਕਰਨ ਦੇ ਲਈ ਟੀਵੀ ਲਾਉਂਦਾ ਹੈ। ਕਿਉਂਕਿ ਜੇ ਇਕੱਲੇ ਬਵਾਂਗੇ ਉਹ ਯਾਦ ਆਉਣਗੇ ਜਿਹੜਾ ਯੁੱਧ ਚੱਲ ਰਿਹਾ ਅੰਦਰ। ਕਈ ਵਾਰੀ ਟੀਵੀ ਲਾਉਂਦਾ ਹੈ, ਕਿਤੇ ਬਾਹਰ ਘੁੰਮਣ ਚਲਾ ਜਾਂਦਾ ਹੈ, ਜਾਂ ਕਿਸੇ ਨਾਲ ਗੱਲਬਾਤ ਕਰਦਾ। ਕਿਉਂ? ਜਿਹੜਾ ਕਿਤੇ ਮਨ ਵਿੱਚ ਯੁੱਧ ਚੱਲ ਰਿਹਾ ਯਾਦ ਨਾ ਆ ਜਾਏ। ਹਰੇਕ ਮਨੁੱਖ ਦੇ ਮਨ ਵਿੱਚ ਇਹ ਯੁੱਧ ਜਾਰੀ ਹੈ। ਔਰ ਇਹਦੇ ਅੰਦਰ ਇਹ ਜਿਹੜੇ ਸੰਸਕਾਰ ਬਣੇ ਨੇ ਸ਼ਾਇਦ ਇਹਦੀ ਪਕੜ ਵਿੱਚ ਨਹੀਂ ਆਉਂਦੇ, ਕਿਉਂਕਿ ਹਜੇ ਇੰਨਾ ਪ੍ਰਬਲ ਨਹੀਂ, ਇੰਨੀ ਭਗਤੀ ਨਹੀਂ ਹੈ। ਇਹ ਸਾਖੀ ਨਹੀਂ ਬਣ ਸਕਿਆ ਆਪਣੇ ਮਨ ਦਾ। ਮਨ ਜਿਹੜੀਆਂ ਇਹਨੂੰ ਮੱਤਾਂ ਦਿੰਦਾ ਹੈ ਸਾਰਾ ਦਿਨ, ਉਹਦੇ ਮਗਰ ਇਹ ਨਾਲ ਹੀ ਚੱਲ ਪੈਂਦਾ ਜਿਹੜੀ, ਕਿਉਂਕਿ ਮਨ ਦੇ ਅੰਦਰ ਵਿਚਾਰ ਆਉਂਦੇ ਨੇ। ਮਨ ਕਹਿੰਦਾ ਵੀ ਫਲਾਣੀ ਚੀਜ਼ ਕਰ। ਹੁਣ ਉਹ ਚੀਜ਼ ਗੁਰੂ ਕਹਿੰਦਾ ਹੈ ਕਿ ਨਹੀਂ, ਉਹ ਨਹੀਂ ਇਹ ਵੇਖਦਾ। ਸਾਧ ਸੰਗਤ, ਮਨੁੱਖ ਨਾ ਐਵੇਂ ਸਮਝ ਲਓ, ਮਨੁੱਖ ਦਾ ਮਨ ਇੱਕ ਜੰਗਲ ਦੇ ਵਿੱਚ ਹੈ। ਉਹ ਜੰਗਲ ਦੇ ਵਿੱਚ ਨਾ ਅਗਲਾ ਕਿਨਾਰਾ ਪਤਾ ਹੈ ਨਾ ਪਿਛਲਾ ਪਤਾ ਹੈ, ਰੁਲ ਗਿਆ ਉੱਥੇ। ਹੁਣ ਲੋਕ ਤੁਰੇ ਆ ਰਹੇ ਨੇ, ਲੋਕ ਕਹਿੰਦੇ ਨੇ ਵੀ ਅਸੀਂ ਮੰਜ਼ਿਲ ਤੇ ਚੱਲੇ ਹਾਂ। ਉਹ ਲੋਕ, ਅਸੀਂ ਤੈਨੂੰ ਬਾਹਰ ਕੱਢ ਦੇਵਾਂਗੇ। ਹੁਣ ਜਿਹੜੀ ਸਾਈਡ 'ਚ ਜ਼ਿਆਦਾ ਲੋਕ ਚੱਲਦੇ ਨੇ, ਮਨ ਉਹਦੇ ਪਿੱਛੇ ਚੱਲ ਪੈਂਦਾ। ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ, ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਜਿਹੜੇ ਪਾਸੇ ਦੁਨੀਆ ਚੱਲਦੀ ਹੈ ਮਨੁੱਖ ਉਸੇ ਪਾਸੇ ਚੱਲਦਾ ਹੈ। ਕਿਉਂਕਿ ਜੇ ਦੁਨੀਆ ਤੋਂ ਅਲੱਗ ਚੱਲੇਗਾ, ਇਹਨੂੰ ਦੁਨੀਆ ਦੀਆਂ ਲਾਹਣਤਾਂ, ਦੁਨੀਆ ਦੀਆਂ ਈਰਖਾ ਸਹਿਣੀ ਪਏਗੀ। ਹੁਣ ਇਸ ਕਰਕੇ ਮਨੁੱਖ ਦੁਨੀਆ ਦੇ ਨਾਲ ਹੀ ਰਾਸਤਾ ਲੱਭਣ ਵਾਸਤੇ ਚੱਲ ਪੈਂਦਾ ਹੈ। ਹੁਣ ਦੁਨੀਆ ਦੇ ਨਾਲ ਚੱਲਿਆ ਇਹਨੂੰ ਪ੍ਰਾਪਤ ਕੁਛ ਨਹੀਂ ਹੁੰਦਾ। ਹੁਣ ਦੁਨੀਆ ਕਹਿੰਦੀ ਹੈ ਸੁੱਖ ਦੇ ਵਸੀਲੇ ਕੀ ਨੇ? ਐਂਟਰਟੇਨਮੈਂਟ ਕਰੋ, ਬਾਹਰ ਘੁੰਮਣ ਜਾਓ, ਟੀਵੀ ਵੇਖੋ, ਅਲੱਗ-ਅਲੱਗ ਫਿਲਮਾਂ ਵੇਖੋ, ਸ਼ਾਇਦ ਕਿਤੇ ਮਨ ਰੁਕ ਜਾਏ, ਮਨ ਸ਼ਾਂਤ ਹੋ ਜਾਏ। ਗੁਰਬਾਣੀ ਕਹਿੰਦੀ ਇਹਨਾਂ ਤਰੀਕਿਆਂ ਨਾਲ ਮਨ ਸ਼ਾਂਤ ਹੋਇਆ ਨਹੀਂ ਹਜੇ ਤਾਈਂ। ਬਚਪਨ ਤੋਂ ਜਵਾਨੀ ਗਈ, ਜਵਾਨੀ ਤੋਂ ਅਧਖੜ ਉਮਰ ਆਈ, ਉਹ ਤੋਂ ਬੁਢੇਪਾ ਆ ਗਿਆ, ਮਨ ਹਜੇ ਤਾਈਂ ਕਾਹਲਾ ਪੈਂਦਾ ਹੈ। ਮਨ ਹਜੇ ਤਾਈਂ ਲੋਭੀ ਹੈ, ਕ੍ਰੋਧੀ ਹੈ। ਕਈ ਵਾਰੀ ਵੇਖਣਾ, ਆਮ ਪਿੰਡਾਂ ਵਿੱਚ ਇਹ ਵੇਖਿਆ ਜਾਂਦਾ, ਕੋਈ ਬਜ਼ੁਰਗ ਹੋਏ ਨਾ, ਖਾਲੀ ਗਲੀ ਦੇ ਵਿੱਚ ਆਉਂਦਾ, ਕੋਈ ਗਲੀ ਦੇ ਵਿੱਚ ਇੱਟੀ ਪਈ ਹੋਏ ਉਹਨੂੰ ਚੁੱਕ ਕੇ ਘਰ ਨੂੰ ਲੈ ਚੱਲਦਾ। ਜਿਹਨੂੰ ਪੁੱਛੇ ਵੀ ਤੂੰ ਇੱਟ ਦਾ ਕੀ ਕਰਨਾ, ਕਹਿੰਦਾ ਕੰਮ ਆਏਗੀ ਕਿਸੇ। ਗਲੀਆਂ ਵਿੱਚੋਂ ਇੱਟਾਂ ਹੀ ਚੱਕ ਕੇ ਲੋਭ ਨਹੀਂ ਗਿਆ ਅੱਜ ਤਾਈਂ। ਇਹਦਾ ਕੋਈ ਭਗਤੀ ਨਹੀਂ ਕੀਤੀ, ਯਤਨ ਨਹੀਂ ਕੀਤਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਸੁੱਖ ਨਾਹੀਂ। ਦੁਨੀਆ ਇਹ ਕਹਿੰਦੀ ਹੈ ਸੁੱਖ ਧਨ ਵਿੱਚ ਹੈ, ਪਰ ਗੁਰੂ ਕਹਿੰਦਾ ਧਨ ਵਿੱਚ ਸੁੱਖ ਨਹੀਂ ਹੈ। ਮਨੁੱਖ ਇਹ ਕਹਿੰਦਾ ਹੈ, ਦੁਨੀਆ ਇਹ ਕਹਿੰਦੀ ਜਿਹਦੇ ਕੋਲ ਬਹੁਤ ਜ਼ਿਆਦਾ ਧਨ ਹੋਏ ਉਹ ਸੁਖੀ ਹੈ। ਗੁਰੂ ਕਹਿੰਦਾ ਐਸਾ ਨਹੀਂ ਹੈ। ਧਨ ਜ਼ਿੰਦਗੀ ਦਾ ਹਿੱਸਾ ਹੈ, ਜ਼ਿੰਦਗੀ ਨਹੀਂ ਹੈ। ਘਰ ਜ਼ਿੰਦਗੀ ਦਾ ਹਿੱਸਾ ਨੇ, ਇਹ ਜ਼ਿੰਦਗੀ ਨਹੀਂ ਹੈ। ਮਨੁੱਖ ਸਾਰੀ ਉਮਰ ਜ਼ਿੰਦਗੀ ਦਾ ਹਿੱਸਾ ਹੈ ਨਾ ਜਿਹੜਾ ਘਰ, ਉਹਦੇ ਵਾਸਤੇ ਯਤਨ ਕਰਦਾ ਰਹਿੰਦਾ। ਅੰਤ ਜਿਸ ਦਿਨ ਇਹਨੇ ਜਾਣਾ ਹੁੰਦਾ ਹੈ, ਜਿਹਦੇ ਵਾਸਤੇ ਯਤਨ ਕੀਤੇ ਉਹਨੂੰ ਛੱਡਣਾ ਪੈਂਦਾ, ਫਿਰ ਖਾਲੀ ਦਾ ਖਾਲੀ ਚਲਾ ਜਾਂਦਾ। ਮਰ ਗਏ ਸੁੱਖ ਨਾਹੀਂ ਬਹੁਤਾ ਧਨ ਖਾਟੇ। ਹੁਣ ਦੂਜਾ ਮਨੁੱਖ ਯਤਨ ਕਰਦਾ ਹੈ ਵੀ ਸ਼ਾਇਦ ਵਿਹਲਾ ਬੈਠਾ, ਕਿਉਂਕਿ ਮਨ ਦੇ ਵਿੱਚ ਯੁੱਧ ਹੈ। ਜੇ ਕਿਤੇ ਮਨੁੱਖ ਨਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਦੇ ਆਪਣੇ ਵਿਚਾਰ ਪੜ੍ਹੇ,
ਲਿਖੇ ਪਹਿਲਾਂ ਸਵੇਰੇ ਕੀ ਵਿਚਾਰ ਆ ਰਹੇ ਨੇ ਸਾਰਾ ਦਿਨ, ਸ਼ਾਮ ਨੂੰ ਆਪਣੇ ਵਿਚਾਰ ਨਹੀਂ ਪੜ੍ਹ ਪਾਏਗਾ। ਸੱਚਾਈ ਹੈ। ਜੇ ਕਿਤੇ ਮਨੁੱਖ ਕਾਪੀ ਪੈਨ ਲੈ ਕੇ ਸਵੇਰ ਤੋਂ ਬਹਿ ਜਾਏ ਆਪਣੇ ਵਿਚਾਰ ਲਿਖਣ, ਇਹਦੇ ਅੰਦਰ ਕਿਹੜੇ ਕਿਹੜੇ ਵਿਚਾਰ ਆ ਰਹੇ ਨੇ ਕਿਹਦੇ ਕਿਹਦੇ ਪ੍ਰਤੀ, ਸ਼ਾਇਦ ਇਹਨੂੰ ਸ਼ਾਮ ਨੂੰ ਐਵੇਂ ਲੱਗੇਗਾ ਦੁਨੀਆ 'ਚ ਕਿਤੇ ਇਹਨੂੰ ਬਾਹਰ ਮਾੜੇ ਬੰਦੇ ਲੱਭਣ ਦੀ ਲੋੜ ਨਹੀਂ ਹੈ, ਇਹ ਮਾੜਾ ਆਪ ਹੀ ਬਹੁਤ ਹੈ। ਜੇ ਕਿਤੇ ਲਿਖੇ ਇਹਦੇ ਅੰਦਰ ਇਹ ਯੁੱਧ ਹੈ, ਔਰ ਜਿਹੜਾ ਉਹ ਯੁੱਧ ਹੈ ਇਹ ਭਗਤੀ ਤੋਂ ਬਿਨਾਂ ਸਮਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਫਿਰ ਮਨੁੱਖ ਸੋਚਦਾ ਹੈ, ਮਨ ਨੂੰ ਭੁਲਾਉਂਦਾ ਹੈ, ਥੋੜ੍ਹੀ ਦੇਰ ਟੀਵੀ ਵੇਖੇਗਾ, ਥੋੜ੍ਹੀ ਦੇਰ ਉੱਥੋਂ ਯੁੱਧ ਸਮਾਪਤ ਹੁੰਦਾ ਹੈ, ਜੈਸੀ ਇਹਦੇ ਇੰਟਰਸਟ ਹੈ ਉਹ ਵੇਖੀ ਜਾਂਦਾ ਹੈ। ਪਰ ਇੱਕ ਹੋਰ ਸਾਧ ਸੰਗਤ ਗੱਲ ਯਾਦ ਰੱਖਣਾ, ਮਨੁੱਖ ਦੇ ਅੰਦਰ ਯੁੱਧ ਚੱਲ ਰਿਹਾ ਹੈ, ਜੇ ਕਿਤੇ ਬਾਹਰ ਲੜਾਈ ਹੁੰਦੀ ਹੋਏ ਨਾ, ਇਹ ਲੜਾਈ ਨੂੰ ਬੜੇ ਚਾਅ ਨਾਲ ਵੇਖਦਾ ਹੈ, ਕਿਉਂ ਇਹਦੇ ਅੰਦਰ ਵੀ ਉਹ ਚੀਜ਼ ਹੈ, ਬਾਹਰ ਉਹ ਹੋ ਰਹੀ ਹੈ। ਕਿਸੇ ਦੀ ਲੜਾਈ 'ਚ ਮਨੁੱਖ ਇੱਕ ਘੰਟਾ ਉਹਨੂੰ ਵੇਖੀ ਜਾ ਗਿਆ। ਕਿਸੇ ਦੇ ਘਰ ਦੀ ਲੜਾਈ ਦੀ ਗੱਲ ਚੱਲ ਪਏ ਨਾ, ਇਹ ਵਿੱਚ ਜ਼ਰੂਰ ਗੱਲਾਂ 'ਚ ਕਰੇ, ਹਾਂ ਫਲਾਣਾ ਬੜਾ ਮਾੜਾ ਹੈ, ਫਿਰ ਉਹਨੇ ਕੀ ਕੀਤਾ, ਫਿਰ ਉਹਨੇ ਆਹ ਕਿਹਾ, ਉਹਨੇ ਫਿਰ ਕੀ ਕਿਹਾ। ਇੱਕ ਘੰਟਾ ਇਹ ਪੂਰੀ ਟਰਾਂਸਲੇਸ਼ਨ ਸੁਣੀ ਜਾਏਗਾ ਅਗਲੇ ਦੀ ਲੜਾਈ ਦੀ, ਕਿਉਂ ਇਹਦੇ ਅੰਦਰ ਇਹ ਹੈ। ਮਨੁੱਖ ਉਸ ਚੀਜ਼ ਨੂੰ ਸੁਣਨ ਦੇ ਵਿੱਚ ਰੁਚੀ ਰੱਖਦਾ ਹੁੰਦਾ ਹੈ ਜਿਹੜੀ ਚੀਜ਼ ਉਹਦੇ ਅੰਦਰ ਹੋਏ। ਜਿਹਦੇ ਅੰਦਰ ਪ੍ਰਭੂ ਦੀ ਬੰਦਗੀ ਹੋਏ ਨਾ, ਉਹਨੂੰ ਇਹ ਚੀਜ਼ 'ਚ ਆਨੰਦ ਨਹੀਂ ਆਏਗਾ। ਇੱਕ ਡਾਕਟਰ ਦੇ ਅੱਗੇ ਵਕੀਲੀ ਦੀ ਗੱਲਾਂ ਕਰੋਗੇ ਨਾ, ਉਹਨੂੰ ਆਨੰਦ ਨਹੀਂ ਆਏਗਾ। ਕਿੰਨੀ ਦੇਰ ਸੁਣਦਾ ਹੈਗਾ, ਹੈਗਾ ਨਹੀਂ ਡਾਕਟਰੀ ਦੀ ਗੱਲ ਕਰ। ਐਵੇਂ ਕਰਕੇ ਕਿ ਪ੍ਰਮਾਤਮਾ ਦੇ ਭਗਤ ਦੇ ਅੱਗੇ ਜੇ ਪ੍ਰਮਾਤਮਾ ਤੋਂ ਇਲਾਵਾ ਕੋਈ ਹੋਰ ਗੱਲ ਕਰੇਗਾ, ਉਹਨੂੰ ਆਨੰਦ ਨਹੀਂ ਆਏਗਾ। ਨਹੀਂ, ਕੋਈ ਸਤ ਸੰਗਤ ਦੀ ਗੱਲ ਸੁਣਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਨੇ, ਕਹਿੰਦੇ ਪਹਿਲਾਂ ਨਵਤਾ ਭਗਤੀ ਹੈ ਜਿਹੜਾ, ਉਹਦੇ ਭੇਦ ਸੁਣੋ, ਜਿਹਨੂੰ ਪ੍ਰਾਪਤ ਕਰਦਿਆਂ ਹੀ ਮਨੁੱਖ ਦੇ ਅੰਦਰ ਕਲ ਕਲੇਸ਼ ਦੂਰ ਹੋ ਜਾਂਦੇ ਹਨ। ਸਰਦਾ ਸਹਿਤ ਗੁਰੂ ਕੇ ਬੈਨ, ਸਰਵਨ ਕਰੈ ਸਨਮੁਖ ਮਨ ਨੈਣ। ਪਹਿਲੀ ਗੱਲ ਹੈ, ਆਪਣੇ ਮਨ ਨੂੰ ਤੇ ਆਪਣੇ ਨੇਤਰਾਂ ਨੂੰ ਇਕਾਗਰ ਕਰਕੇ ਗੁਰੂ ਦੇ ਬਚਨ ਸੁਣੇ। ਗੁਰੂ ਅਸਲ 'ਚ ਕਹਿ ਕੀ ਰਿਹਾ ਹੈ, ਕਿਉਂਕਿ ਗੁਰੂ ਜੋ ਕੁਝ ਬੋਲ ਰਿਹਾ ਉਹ ਭਲੇ ਵਾਸਤੇ ਬੋਲ ਰਿਹਾ ਹੈ। ਉਹ ਵੱਖਰੀ ਗੱਲ ਹੈ ਜੋ ਉਹ ਬੋਲ ਰਿਹਾ ਹੈ ਸਿੱਧਾ ਸਾਡੇ ਮਨ ਵਿੱਚ ਨਹੀਂ ਟਿਕਦਾ। ਉਹਦਾ ਕਾਰਨ ਹੈ ਮਨ ਦੇ ਅੱਗੇ ਪਰਤ ਬਣੀ ਹੋਈ ਹੈ। ਜੈਸੇ ਬਚਨ ਹੋਏ ਨੇ ਵੈਸੇ ਦੇ ਵੈਸੇ ਅੰਦਰ ਨਹੀਂ ਟਿਕਦੇ। ਕਾਰਨ ਹੈ ਇਹਨੂੰ ਮਹਾਰਾਜ ਨੇ ਕੂੜ ਦੀ ਕੰਧ ਕਿਹਾ, ਕਿ ਕੂੜੈ ਟੁੱਟੈ ਪਾਲ। ਗੁਰੂ ਦੀ ਔਰ ਸਾਡੀ ਜੀਵ ਆਤਮਾ ਦੇ ਉੱਤੇ ਕੰਧ ਹੈ, ਜਿਹਨੇ ਇਹਨੂੰ ਜੀਵ ਬਣਾਇਆ ਹੋਇਆ, ਕੂੜ ਦੀ ਬੰਧਨਾਂ ਦੀ ਕੰਧ ਹੈ। ਔਰ ਉਹ ਬੰਧਨ ਕਿਹੜੇ ਕਿਹੜੇ ਨੇ? ਜਿਸ ਦਿਨ ਦਾ ਇਹ ਜਨਮਿਆ ਪਹਿਲਾਂ ਇਹਨੇ ਸਮਝ ਲਿਆ ਇਹ ਮੇਰੀ ਮਾਂ ਹੈ, ਇਹ ਪ੍ਰਤਪਾਲ ਕਰਨ ਵਾਲੀ ਹੈ। ਪਹਿਲਾਂ ਤੇ ਬੰਧਨ ਇਹ ਹੀ ਪੈ ਗਿਆ, ਫਿਰ ਇਹ ਮੇਰਾ ਪਿਤਾ ਹੈ, ਇਹ ਮੈਨੂੰ ਪਾਲ ਰਿਹਾ, ਇਹ ਬੰਧਨ ਪਿਆ। ਫਿਰ ਤੁਰਿਆ, ਜੇ ਕੋਈ ਇਸਤਰੀ ਹੈ ਜਾਂ ਪੁਰਸ਼ ਹੈ, ਮੈਂ ਪੁਰਸ਼ ਹਾਂ, ਹੈ ਨਹੀਂ। ਇਹ ਜਿਹੜਾ ਅੰਦਰ ਹੈ ਨਾ ਪੁਰਸ਼, ਉਹ ਨਾ ਪੁਰਸ਼ ਹੈ ਨਾ ਨਾਰ ਹੈ। ਜਿਹੜੀ ਆਤਮਾ ਉਹ ਨਾ ਪੁਰਸ਼ ਹੈ ਨਾ ਨਾਰ ਹੈ। ਫਿਰ ਇਹਨੂੰ ਦੂਜਾ ਬੰਧਨ ਪਿਆ, ਮੈਂ ਪੁਰਸ਼ ਹਾਂ, ਉਹ ਕਹਿੰਦਾ ਇਹ ਨਾਰ ਹੈ। ਤੀਜਾ ਪਿਆ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਵੀ ਬੰਧਨ ਹੈ। ਉਸ ਤੋਂ ਬਾਅਦ ਮੇਰੀ ਜਾਤ ਇਹ ਹੈ, ਉਸ ਤੋਂ ਬਾਅਦ ਮੈਂ ਇਸ ਸ਼ਹਿਰ ਦਾ ਰਹਿਣ ਵਾਲਾ। ਇਹ ਕਿੰਨੇ ਬੰਧਨ ਨੇ। ਜਿਸ ਦਿਨ ਇਹ ਸਾਰੇ ਟੁੱਟ ਜਾਣਗੇ ਉਸ ਦਿਨ ਉਹ ਕਿਤੇ ਟੁੱਟਦਿਆਂ ਇੱਕ ਇੱਕ ਕਰਕੇ ਟੁੱਟਦੇ ਨੇ। ਕਿ ਸਮਝ ਜਿਹੜੀ ਹੈ ਇੱਕਦਮ ਨਹੀਂ ਆਉਂਦੀ, ਹੌਲੀ ਹੌਲੀ ਆਉਂਦੀ ਹੈ। ਇੱਕ ਇੱਕ ਦਿਨ ਟੁੱਟਦਿਆਂ ਬੰਧਨ ਟੁੱਟਦਿਆਂ ਇਹ ਟੁੱਟ ਜਾਣਗੇ। ਫਿਰ ਇਹ ਕਹੇਗਾ ਕੋਈ ਨਹੀਂ ਹੈ ਇੱਥੇ, ਸਭ ਗੋਬਿੰਦ ਹੈ। ਜਿਸ ਦਿਨ ਇਹ ਕਹਿ ਦੇਗਾ ਨਾ ਉਸ ਦਿਨ ਮੁਕਤ ਹੋ ਗਿਆ। ਉਹ ਜਿਸ ਦਿਨ ਇਹ ਕਹਿ ਦੇਗਾ ਕਰਨ ਕਾਰਨ ਪ੍ਰਭ ਏਕ ਹੈ, ਉਸ ਦਿਨ ਮੁਕਤ ਹੋ ਗਿਆ। ਜਦੋਂ ਤਾਈਂ ਇਹ ਕਹਿ ਰਿਹਾ ਮੈਂ ਕੁਛ ਹਾਂ, ਉਦੋਂ ਤਾਈਂ ਨਾ ਕੋਈ ਮੁਕਤੀ ਹੈ ਨਾ। ਜਿਸ ਦਿਨ ਮਨੁੱਖ ਇਹ ਕਹਿ ਦੇ ਮੈਂ ਕੁਛ ਕਰਨ ਵਾਲਾ ਨਹੀਂ, ਕਰਮ ਕਰਤ ਹੋਵੇ ਨੇਹ ਕਰਮ। ਘਰ ਵੀ ਕੰਮ ਰਿਹਾ, ਘਰ ਦੇ ਕੰਮ ਵੀ ਕਰਦਾ ਹੈ, ਪਰ ਇਹ ਕਹਿੰਦਾ ਮੈਂ ਨਹੀਂ ਕਰਦਾ, ਉਹ ਕਰਾਉਂਦਾ ਹੈ। ਕਰਮ ਕਰਤ ਹੋਵੇ ਨੇਹ ਕਰਮ, ਤਿਸ ਵੈਸਨੋਂ ਕਾ ਨਿਰਮਲ ਧਰਮ। ਉਹ ਨਿਰਮਲ ਧਰਮ ਉਹ ਹੈ। ਜਿਸ ਦਿਨ ਕਰਦਿਆਂ ਵੀ ਕਹੇ ਮੈਂ ਕੁਛ ਨਹੀਂ ਹਾਂ, ਪਰ ਐਸਾ ਨਹੀਂ ਹੁੰਦਾ ਸਾਧ ਸੰਗਤ।
ਜੋ ਕੁਝ ਅਸੀਂ ਕੀਤਾ ਧੱਕੇ ਨਾਲ ਉਹਦਾ ਕ੍ਰੈਡਿਟ ਲੈਣ ਨੂੰ ਦਿਲ ਕਰਦਾ, ਕਿਉਂ? ਹਉਮੈ ਅੰਦਰ ਹੈ, ਮੈਂ ਕਰ ਰਿਹਾ। ਹੁਣ ਮਹਾਰਾਜ ਕਹਿੰਦੇ ਪਹਿਲੀ ਜਿਹੜੀ ਬੰਦਗੀ ਹੈ ਉਹ ਹੈ ਬੜੇ ਮਨ ਦੇ ਨਾਲ ਨੇਤਰਾਂ ਨੂੰ ਟਿਕਾ ਕੇ ਗੁਰੂ ਦੇ ਬਚਨ ਸੁਣਨੇ ਹਨ। ਦੁਤੀਏ ਕਥਾ ਕੀਰਤਨ ਕਰਨੇ, ਨੀਕੇ ਪ੍ਰਭ ਕੇ ਗੁਣ ਗਨ ਬਰਨੇ। ਦੂਜਾ ਹੈ ਪ੍ਰਭੂ ਦੀ ਗੱਲ ਕਰਨੀ, ਸੁਣਨੀ, ਪਹਿਲਾਂ ਤੇ ਸੁਣਨੀ, ਸੁਣ ਕੇ ਫਿਰ ਕਿਸੇ ਨਾਲ ਸਾਂਝ ਪਾਉਣੀ, ਪ੍ਰਭੂ ਦੇ ਗੁਣ ਵਰਣਨ ਕਰਨੇ। ਕਿਤੇ ਦੋ ਜਣੇ ਬਹਿ ਜਾਣ ਉਹਨਾਂ ਦੇ ਨਾਲ ਗੱਲਬਾਤ ਕਰਨੀ, ਪ੍ਰਮਾਤਮਾ ਕਿੱਡਾ ਵੱਡਾ ਹੈ, ਕਿੱਡਾ ਸੋਹਣਾ ਹੈ, ਜਿਹਨੇ ਸਾਨੂੰ ਜਨਮ ਦਿੱਤਾ ਹੈ, ਜਿਹਨੇ ਇਹ ਦੁਨੀਆ ਏਡੀ ਸੋਹਣੀ ਬਣਾਈ ਹੈ, ਸਾਰਿਆਂ ਨੂੰ ਰੋਟੀ ਦੇ ਰਿਹਾ, ਸਾਰਿਆਂ ਨੂੰ ਪਾਲ ਰਿਹਾ ਹੈ। ਕਿਤੇ ਉਹਨੇ ਚੋਰ ਬਣਾਏ ਨੇ, ਕਿਤੇ ਸੰਤ ਬਣਾਏ ਨੇ, ਕਿਤੇ ਸੋਕਾ ਪੈ ਰਿਹਾ ਹੈ, ਕਿਤੇ ਬਾੜਾਂ ਆ ਰਹੀਆਂ ਨੇ। ਐਸੇ ਹੁੰਦਾ ਹੈ। ਅੱਜ ਕੱਲ੍ਹ ਤੇ ਮੀਡੀਏ ਦਾ ਯੁੱਗ ਹੈ, ਟੀਵੀ ਵਿੱਚ ਦੋਵੇਂ ਖਬਰਾਂ ਇਕੱਠੀਆਂ ਹੀ ਹੁੰਦੀਆਂ ਨੇ। ਦੇਸ਼ ਦੇ ਇੱਕ ਹਿੱਸੇ 'ਚ ਬਾੜ ਆਈ ਹੁੰਦੀ ਹੈ, ਦੂਜੇ ਹਿੱਸੇ ਸੋਕਾ ਪੈ ਰਿਹਾ ਹੁੰਦਾ ਹੈ। ਇੱਥੋਂ ਫਿਰ ਹਿਸਾਬ ਲਾਏ ਵੀ ਰੱਬ ਦੀ ਕਿੱਡੀ, ਸੂਰਜ ਇੱਕੋ, ਰੁੱਤ ਅਨੇਕ, ਇੱਕ ਹੀ ਸੂਰਜ ਹੈ। ਇੱਥੇ ਹੁਣ ਠੰਡ ਹੋ ਰਹੀ ਹੈ, ਕਈ ਥਾਵਾਂ 'ਤੇ ਗਰਮੀ ਹੈ, ਕਈ ਦੇਸ਼ਾਂ 'ਚ ਗਰਮੀ ਹੈ। ਸੂਰਜ ਤੇ ਦੂਜਿਆਂ ਦੇਸ਼ਾਂ 'ਚ ਅਲੱਗ ਨਹੀਂ ਹੈ। ਸਾਊਥ ਅਫਰੀਕਾ ਦਾ ਤੇ ਇੰਡੀਆ ਦਾ ਸੂਰਜ ਅਲੱਗ-ਅਲੱਗ ਨਹੀਂ ਹੈ, ਸੂਰਜ ਇੱਕ ਹੀ ਹੈ। ਮਹਾਰਾਜ ਕਹਿੰਦੇ ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ। ਉਹ ਕਰਤੇ ਦੇ ਪਰਮਾਤਮਾ ਦੇ ਕਿੱਡੇ ਵੇਸ ਨੇ, ਕਿੱਡੇ ਤਰੀਕੇ ਨਾਲ। ਇਹ ਫਿਰ ਇਹ ਗੱਲਾਂ ਵਰਣਨ ਕਰਨੀਆਂ ਆਪਸ ਵਿੱਚ ਬਹਿ ਕੇ, ਘਰ ਵਿੱਚ ਬਹਿ ਕੇ, ਕੋਈ ਸਤਸੰਗੀ ਮਿਲ ਗਿਆ ਉਹਦੇ ਨਾਲ ਬਹਿ ਕੇ। ਜਦੋਂ ਇਹ ਦੂਜੇ ਪ੍ਰਕਾਰ ਦੀ ਭਗਤੀ ਮਹਾਰਾਜ ਇਸ ਨੂੰ ਦੱਸਦੇ ਹਨ। ਤ੍ਰਿਤੀਏ ਸਤ ਨਾਮ ਸਿਮਰੰਤੇ, ਬਿਨਾ ਭਜਨ ਨਹਿ ਸਮਾ ਬਿਤੰਤੇ। ਤੀਜਾ ਹੈ ਪਰਮਾਤਮਾ ਦਾ ਜਾਪ ਕਰਨਾ, ਇੱਕ ਸੈਕਿੰਡ ਵੀ ਉਹਦੇ ਤੋਂ ਬਿਨਾ ਨਾ ਰਹਿਣਾ। ਸਾਧ ਸੰਗਤ, ਜਿਸ ਚੀਜ਼ ਨਾਲ ਪ੍ਰੇਮ ਹੁੰਦਾ ਹੈ ਨਾ, ਜਿਸ 'ਚ ਧਿਆਨ ਜੁੜ ਜਾਏ, ਮਨੁੱਖ ਇੱਕ ਸੈਕਿੰਡ ਵੀ ਉਹਦੇ ਬਿਨਾ ਨਹੀਂ ਰਹਿ ਸਕਦਾ। ਸੱਚਾਈ ਇਹ ਹੈ। ਜਿਸ ਦੀ ਝਲਕ ਵਿਖ ਗਈ ਹੋਏ, ਜਿਹਦੇ ਨਾਲ ਪ੍ਰੇਮ ਬਣ ਗਿਆ ਹੋਏ, ਜੇ ਪਤਾ ਲੱਗ ਜਾਏ ਨਾ ਮਨੁੱਖ ਨੂੰ ਮੈਨੂੰ ਪਾਲਣ ਵਾਲਾ ਵਾਹਿਗੁਰੂ ਹੈ, ਪਰਮਾਤਮਾ ਹੈ, ਫਿਰ ਦੂਜੇ ਦਾ ਤੇ ਮਨ ਵਿੱਚ ਲਿਆਏਗਾ ਹੀ ਨਹੀਂ। ਇਹ ਉਦੋਂ ਤੋਂ ਹੀ ਦੂਜਾ ਇਹਦੇ ਮਨ ਵਿੱਚ ਆਉਂਦਾ ਹੈ ਜਦੋਂ ਤਾਈਂ ਇਸ ਨੂੰ ਪਰਮਾਤਮਾ ਦਾ ਨਹੀਂ ਪਤਾ। ਮਹਾਰਾਜ ਕਹਿੰਦੇ ਤੀਜੀ ਭਗਤੀ ਹੈ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਤੇ ਇੱਕ ਸੈਕਿੰਡ ਵੀ ਉਹਦੇ ਤੋਂ ਬਿਨਾ ਨਾ ਕੱਢਣਾ। ਬਾਣੀ ਕਹਿੰਦੀ ਹੈ, ਮਹਾਰਾਜ ਦਾ ਬੜਾ ਕਮਾਲ ਦਾ ਇਹ ਬੋਲ ਹੈ, ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਘੜੀ 2-4 ਮਿੰਟ ਦੀ ਗੱਲ ਹੈ। ਕਹਿੰਦੇ ਜੇ ਕਿਤੇ ਮੈਂ 2-4 ਮਿੰਟ ਵੀ ਪਰਮਾਤਮਾ ਨੂੰ ਭੁੱਲ ਜਾਵਾਂ ਨਾ, ਇਵੇਂ ਲੱਗਦਾ ਜਿਵੇਂ ਅੰਦਰ ਕਲਯੁਗ ਆ ਗਿਆ ਹੋਵੇ, ਅੰਦਰ ਈਰਖਾ ਦਵੈਸ਼ ਇਹ ਆ ਗਈ ਹੋਏ। ਪਰ ਸਾਧ ਸੰਗਤ ਜਿਹੜੇ ਦਿਨ ਦੇ ਵਿੱਚ ਯਾਦ ਹੀ ਉਹਨੂੰ ਕਰਦੇ ਨਹੀਂ। ਮਹਾਰਾਜ ਤੇ ਕਹਿੰਦੇ 2-3 ਮਿੰਟ ਵੀ ਯਾਦ ਨਾ ਕਰੀਏ ਕਲਯੁਗ ਆ ਜਾਂਦਾ ਹੈ। ਜਿਹੜੇ ਯਾਦ ਕਰਦੇ ਨਹੀਂ ਤੇ ਕਿੱਡਾ ਵੱਡਾ ਕਲਯੁਗ ਅੰਦਰ ਚੱਲ ਰਿਹਾ ਹੋਏਗਾ, ਇਹ ਹਿਸਾਬ ਲਗਾਓ। ਬਾਣੀ ਤੇ ਕਹਿੰਦੀ 2-3 ਮਿੰਟ ਹੀ ਯਾਦ ਨਾ ਆਏ ਤੇ ਇਵੇਂ ਲੱਗਦਾ ਜਿਵੇਂ ਕਲਯੁਗ ਆ ਗਿਆ ਹੈ। ਤੇ ਜਿਨ੍ਹਾਂ ਕਦੇ ਯਾਦ ਕੀਤਾ ਹੀ ਨਹੀਂ, ਉੱਥੇ ਕਲਯੁਗ ਦਾ ਕਿੱਡਾ ਪ੍ਰਭਾਵ ਹੋਏਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਹਨ ਤੀਜੇ ਪ੍ਰਕਾਰ ਦੀ ਭਗਤੀ ਹੈ ਵਾਹਿਗੁਰੂ ਦਾ ਉਚਾਰਨ ਕਰਨਾ, ਉਹਨੂੰ ਹਰ ਸਮੇਂ ਯਾਦ ਕਰਦੇ ਰਹਿਣਾ। ਸਵਾਸਣ ਸੰਗ ਸੋ ਨਾਮ ਮਿਲਾਵੇਂ, ਊਠਤ ਬੈਠਤ ਨਹਿ ਬਿਸਰਾਵੇਂ। ਜਿਹੜਾ ਨਾਮ ਹੈ ਨਾ, ਉਹਦੀ ਯਾਦ ਹੈ, ਵਾਹਿਗੁਰੂ ਜਿਹੜਾ ਵੀ ਕੋਈ ਸ਼ਬਦ ਜਪ ਰਿਹਾ ਹੈ, ਸਤਨਾਮ ਵਾਹਿਗੁਰੂ ਜਪਦਾ ਹੈ, ਉਹਨੂੰ ਆਪਣੇ ਸਵਾਸਾਂ ਦੇ ਨਾਲ ਰਲਾ ਲਏ। ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਜਪੇ। ਆਪਾਂ ਕਈ ਵਾਰੀ ਇਹ ਬੇਨਤੀ ਕਰੀਦੀ ਹੈ ਸਾਧ ਸੰਗਤ, ਅਸੀਂ ਆਪਣੇ ਘਰੋਂ ਆਉਂਦੇ ਹਾਂ, ਘਰੋਂ ਇੱਥੋਂ ਤੋਂ ਹੀ ਆਉਣ 'ਚ 10 ਮਿੰਟ ਲੱਗਦੇ ਨੇ, 5 ਮਿੰਟ ਇੱਥੇ ਬਹਿ ਜਾਂਦੇ ਹਾਂ, 15 ਮਿੰਟ ਹੋ ਗਏ, 15 ਜਾਣ 'ਚ ਲੱਗੇ, ਅੱਧਾ ਘੰਟਾ ਹੋ ਗਿਆ। ਹੁਣ ਅੱਧਾ ਘੰਟਾ ਅੱਜ ਦਾ ਹੈ, ਇਹਨੂੰ ਜਦੋਂ ਅਸੀਂ 30 ਦਿਨਾਂ 'ਤੇ ਲੈ ਲਵਾਂਗੇ 90 ਘੰਟੇ ਇਹ ਬਣ ਜਾਣਗੇ। ਇਹ 48 2 ਦਿਨ ਦੇ ਹੁਣ 48 ਘੰਟੇ ਬਣ ਜਾਂਦੇ। ਮਤਲਬ ਇਹ ਮਹੀਨੇ ਦੇ ਵਿੱਚ 4 ਦਿਨ ਅਸੀਂ ਰੱਬ ਦੇ ਨਾਂ ਨੂੰ ਕੰਟੀਨਿਊਸਲੀ ਜਪਦੇ, 4 ਦਿਨ।
ਜੇ ਕਿਤੇ ਅਸੀਂ 1 ਸਾਲ ਇਵੇਂ ਹੀ ਕਰੀਏ, ਕਥਾ 'ਚ ਆਉਂਦੇ ਹਾਂ 10 ਮਿੰਟ ਆਏ 10 ਮਿੰਟ ਗਏ 5 ਮਿੰਟ ਬੈਠੇ ਅੱਧਾ ਅੱਧਾ ਘੰਟਾ, 1 ਸਾਲ ਦੇ ਵਿੱਚ ਸਾਡੇ 42 ਦਿਨ ਐਸੇ ਬਣ ਜਾਣਗੇ ਜਿਨ੍ਹਾਂ ਵਿੱਚ ਅਸੀਂ 1 ਸੈਕਿੰਡ ਵੀ ਰੱਬ ਨਹੀਂ ਭੁੱਲੇ। 42 ਦਿਨ। ਜੇ ਸਾਧ ਸੰਗਤ ਅਸੀਂ 60 ਸਾਲ ਦੀ ਜ਼ਿੰਦਗੀ ਜਿਉਈ ਹੈ, ਇਹ ਸਮਝ ਲਓ 42 ਦਿਨ ਬਣ ਗਏ 1 ਸਾਲ 'ਚ, 10 ਸਾਲਾਂ ਦੇ ਵਿੱਚ ਇਹ 400 ਦਿਨ ਬਣ ਜਾਣਗੇ। ਭਾਵ 10 ਸਾਲਾਂ 'ਚ ਸਾਡਾ 1 ਸਾਲ 1.5 ਸਾਲ ਪਰਮਾਤਮਾ ਦੀ ਬੰਦਗੀ 'ਚ ਹੀ ਨਿਕਲਿਆ। ਜੇ ਕਿਤੇ 60 ਸਾਲ ਦੀ ਜ਼ਿੰਦਗੀ ਮਨੁੱਖ ਨੇ ਜੀਈ ਹੋਏ, 60 ਸਾਲ ਦੀ ਜ਼ਿੰਦਗੀ ਦੇ ਵਿੱਚ ਉਹਦੇ 6 ਸਾਲ ਪਰਮਾਤਮਾ ਦੀ ਬੰਦਗੀ 'ਚ ਨਿਕਲਣਗੇ। ਹੁਣ ਆਪਾਂ ਕਹਿੰਦੇ ਆ ਸਮਾਂ ਹੈ ਨਹੀਂ ਰੱਬ ਨੂੰ ਯਾਦ ਕਰਨ ਦਾ। ਹੁਣ ਉੱਠਦਿਆਂ ਬੈਠਦਿਆਂ ਜਿਹੜਾ ਅਸੀਂ ਚੱਲਦੇ ਹਾਂ ਸਮਾਂ ਹੀ ਹੈ। ਕਿੱਡਾ ਸੋਹਣਾ ਤਰੀਕਾ ਅੱਜ ਦੇ ਸਮੇਂ 'ਚ ਮਹਾਰਾਜ ਨੇ ਕਿਹਾ ਵੀ ਉੱਠਦਿਆਂ ਬਹਿੰਦਿਆਂ ਰਸਨਾ ਨੂੰ ਜਪਾਉਣਾ ਹੀ ਹੈ ਬਸ। ਪਰ ਗੁਰਬਾਣੀ ਤੇ ਇਹ ਕਹਿੰਦੀ ਹੈ, ਇਹ ਨਹੀਂ ਵੀ ਤੇਰਾ ਮਨ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਸਿਰਫ ਰਸਨਾ ਥਾਣੀ ਕਹਿੰਦਾ ਰਹੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਸਿਰਫ ਰਸਨਾ ਹੀ ਰੱਬ ਦਾ ਨਾਂ ਲੈਂਦੀ ਰਹੇ। ਮਹਾਰਾਜ ਉਹਦਾ ਫਿਰ ਮਿਲਦਾ ਕੀ ਹੈ? ਮਹਾਰਾਜ ਜੀ ਉਹਦਾ ਦੱਸਦੇ ਨੇ, ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁੱਖ ਭੁਲਾਇਓ। ਸਿਰਫ ਰਸਨਾ ਨਾਲ। ਹੁਣ ਇਹ ਤਰੀਕਾ ਹੈ, ਇਹ ਤੇ ਹੈ ਫਾਰਮੂਲਾ ਗੁਰੂ ਨੇ ਦੱਸ ਦਿੱਤਾ। ਹੁਣ ਅਸਲ ਦੇ ਵਿੱਚ ਟੀਚਰ ਜਿਹੜਾ ਹੈ, ਜਿਹੜੇ ਬੱਚੇ ਮੈਥ ਪੜ੍ਹਦੇ ਨੇ ਉਹਨਾਂ ਨੂੰ ਤਰੀਕਾ ਦੱਸਦਾ ਹੈ, ਫਾਰਮੂਲਾ। ਜਿਹੜਾ ਬੱਚਾ ਜ਼ਿੰਦਗੀ ਚ ਲਾਏ ਹੀ ਨਾ, ਉਹਦਾ ਸਵਾਲ ਕਦੇ ਨਹੀਂ ਹੱਲ ਹੁੰਦਾ, ਲਾਉਣਾ ਪੈਂਦਾ ਹੈ ਫਾਰਮੂਲਾ। ਗੁਰੂ ਨੇ ਤੇ ਇਹ ਦੱਸ ਦਿੱਤਾ, ਜਿਹਨੇ ਜ਼ਿੰਦਗੀ ਵਿੱਚ ਅਪਲਾਈ ਨਹੀਂ ਕੀਤਾ ਉਹਦੀ ਜ਼ਿੰਦਗੀ ਦੇ ਦੁੱਖ ਕਦੇ ਸਮਾਪਤ ਹੀ ਨਹੀਂ ਹੋਣੇ, ਹੱਲ ਹੋਣੇ ਹੀ ਨਹੀਂ। ਰਾਸਤਾ ਤੇ ਗੁਰੂ ਨੇ ਦੱਸ ਦਿੱਤਾ, ਜਿਹੜੇ ਤੁਰੇ ਹੀ ਨਹੀਂ, ਰੋਜ਼ ਦਿਹਾੜੀ ਰਾਸਤਾ ਤੇ ਪੁੱਛੀ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਤ ਪਥਿਕ ਤੇ ਮਾਰਗ ਨਾ ਧਰੈ ਪਗ। ਰੋਜ਼ ਪੁੱਛ ਲੈਂਦਾ ਜੀਟੀ ਰੋਡ ਤੇ ਜਾ ਕੇ, ਦਿੱਲੀ ਕਿੱਧਰੋਂ ਜਾਈਦਾ? ਕਹਿੰਦੇ ਇੱਧਰੋਂ। ਆ ਜਾਂਦਾ ਘਰ ਵਾਪਸ। ਫਿਰ ਪੁੱਛਦਾ 10 ਸਾਲ ਪੁੱਛਦਾ ਰਿਹਾ, ਕਿਤੇ ਦਿੱਲੀ ਪਹੁੰਚ ਜਾਏਗਾ? ਨਹੀਂ। ਪੁੱਛਦਾ ਤੇ ਰੋਜ਼ ਹੈ, ਤੁਰਦਾ ਕਦੇ ਨਹੀਂ। ਪੁੱਛਤ ਪਥਿਕ ਤੇ ਮਾਰਗ ਨਾ ਧਰੈ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਹੈ। ਪ੍ਰੀਤਮ ਦੇ ਦੇਸ਼ ਵਿੱਚ ਗੱਲਾਂ ਨਾਲ ਨਹੀਂ ਜਾਇਆ ਜਾਂਦਾ, ਚੱਲਣਾ ਪੈਂਦਾ, ਪ੍ਰੀਤਮ ਦੀ ਯਾਦ ਕਰਨੀ ਪੈਂਦੀ ਹੈ। ਹੁਣ ਮਹਾਰਾਜ ਜੀ ਕਹਿੰਦੇ ਨੇ, ਚੌਥਾ ਪ੍ਰਕਾਰ ਹੈ ਪਰਮੇਸ਼ਰ ਨੂੰ ਯਾਦ ਕਰਨਾ। ਉੱਠਦਿਆਂ ਬੈਠਦਿਆਂ ਵੀ ਉਹਦੀ ਭਗਤੀ ਕਰਦੇ ਰਹਿਣਾ ਹੈ। ਚੌਥੇ ਸਤਿਗੁਰ ਕੈ ਭਗਵਾਨ, ਖਾਨੈ ਚਰਨ ਕਮਲ ਕੋ ਧਿਆਨ। ਚੌਥਾ ਜਿਹੜਾ ਪ੍ਰਕਾਰ ਹੈ, ਆਪਣੇ ਸਤਿਗੁਰੂ ਨੂੰ ਭਗਵਾਨ ਜਾਣ ਲਏ। ਆਪਣੇ ਗੁਰੂ ਨੂੰ ਭਗਵਾਨ ਸਮਝ ਕੇ ਉਹਦੀ ਪੂਜਾ ਕਰਨੀ ਹੈ। ਕੈ ਸੰਤਨ ਕੇ ਚਰਨ ਪਖਾਰੈ, ਸਰਦਾ ਤੇ ਚਰਨਾ ਮ੍ਰਿਤ ਧਾਰੈ। ਅਤੇ ਬੜੀ ਸ਼ਰਧਾ ਨਾਲ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਚਰਨ ਪਖਾਰੇ, ਭਾਵ ਉਹਨਾਂ ਦੀ ਸੇਵਾ ਕਰਨੀ ਹੈ। ਪੰਚਮ ਕਰੈ ਆਹਾਰ ਭਲੇਰੇ, ਪ੍ਰਥਮ ਅਰਪ ਹਰ ਗੁਰੂ ਅਗੇਰੇ। ਪੰਜਵਾਂ ਹੈ, ਜਿੰਨੀ ਵੀ ਉਹ ਰੋਟੀ ਖਾਂਦਾ ਹੈ, ਪ੍ਰਸ਼ਾਦਾ ਛਕਦਾ ਹੈ, ਪਹਿਲਾਂ ਉਹਦੇ ਵਿੱਚੋਂ ਕਹੇ ਵੀ ਪਰਮਾਤਮਾ ਇਹ ਤੇਰੇ ਨਾਂ ਦੀ ਹੈ। ਖਾ ਤੇ ਉਹਨੇ ਆਪ ਹੀ ਲੈਣੀ ਹੈ, ਪਹਿਲਾਂ ਕਹੇ ਵੀ ਪਰਮਾਤਮਾ ਇਹ ਗੁਰੂ ਇਹ ਤੇਰੇ ਨਾਂ ਦਾ ਹੈ ਪ੍ਰਸ਼ਾਦਾ। ਇਹ ਪਿਆਰ ਹੀ ਹੈ। ਹੁਣ ਜਿੰਨਾ ਵੀ ਮਨੁੱਖ ਅਸੀਂ ਗੁਰਦੁਆਰੇ ਪ੍ਰਸ਼ਾਦਾ, ਗੁਰੂ ਤੇ ਜਿੰਨਾ ਵੀ ਲੈ ਕੇ ਆਉਂਦੇ ਹਾਂ, ਛਕਦੀ ਤੇ ਸੰਗਤ ਹੀ ਹੈ, ਪਰ ਸਾਡੀ ਸ਼ਰਧਾ ਹੈ ਵੀ ਇਹ ਗੁਰੂ ਦੇ ਨਾਂ ਦਾ ਹੈ। ਹੁਣ ਜਦੋਂ ਵੀ ਪ੍ਰਸ਼ਾਦਾ ਛਕੇ, ਇਹ ਕਹੇ ਵੀ ਹੇ ਪਰਮਾਤਮਾ ਇਹ ਜਿਹੜੀ ਪਹਿਲੀ ਗਰਾਈ ਮੈਂ ਤੋੜੀ ਹੈ ਇਹ ਤੇਰੇ ਨਾਂ ਦੀ ਹੈ, ਤੂੰ ਇਹਨੂੰ ਛਕ। ਕਹਿੰਦੇ ਵੀ ਇਸ ਕਰਕੇ ਜਦੋਂ ਵੀ ਲੰਗਰ ਪ੍ਰਸ਼ਾਦਾ ਛਕਣ ਲੱਗੇ, ਪਹਿਲੀ ਜਿਹੜੀ ਪਹਿਲੀ ਉਹਨੇ ਬੁਰਕੀ ਗਰਾਈ ਲੈਣੀ ਹੈ, ਉਹ ਪਰਮੇਸ਼ਰ ਦੇ ਨਾਂ ਦੀ ਕੱਢਣੀ ਚਾਹੀਦੀ ਹੈ। ਜਥਾ ਸ਼ਕਤ ਸੰਤਨ ਅਚਵਾਵੈ, ਵਸਤਰ ਸਰੀਰ ਸਾਧ ਪਹਿਰਾਵੈ। ਅਤੇ ਜੇ ਇਹਦੇ ਕੋਲ ਯਥਾ ਸ਼ਕਤ ਹੋਏ, ਜੇ ਆਪਣਾ ਵੀ ਖਾਣ ਨੂੰ ਹੋਏ ਤੇ ਜੇ ਕੁਝ ਬਚ ਵੀ ਜਾਏ, ਫਿਰ ਜਿਹੜੇ ਕੋਈ ਪਰਮੇਸ਼ਰ ਦੀ ਬੰਦਗੀ ਵਾਲੇ ਨੇ ਉਹਨਾਂ ਨੂੰ ਲੰਗਰ ਛਕਾਏ, ਅਤੇ ਉਹਨਾਂ ਨੂੰ ਜੇ ਵਸਤਰ ਆਦਿਕ ਦੀ ਲੋੜ ਹੈ ਉਹ ਦੇ ਦੇਣੇ ਚਾਹੀਦੇ ਹਨ। ਕਸ਼ਟਮ ਪ੍ਰਭ ਗੁਰ ਕੈ ਗੁਰਦੁਆਰੇ, ਬੰਧਨ ਕਰੈ ਪਰ ਦਛਨਾ ਧਾਰੇ। ਫਿਰ ਗੁਰੂ ਦੇ ਦੁਆਰੇ ਆਏ, ਫਿਰ ਗੁਰੂ ਦੀਆਂ ਪ੍ਰਕਰਮਾਵਾਂ ਕਰੇ, ਉਹਨੂੰ ਆਪਣਾ ਇਸ਼ਟ ਮੰਨਣਾ ਚਾਹੀਦਾ ਹੈ।
ਦੀਪ ਚੰਦਨ ਚਰਵਾਵੇ, ਫੂਲਣ ਆਣ ਸੁਗੰਧ ਚੜਾਵੇ। ਫਿਰ ਜਿਵੇਂ ਫੁੱਲ ਆਦਿਕ ਨੇ ਉਹ ਲਿਆ ਕੇ ਗੁਰੂ ਦੇ ਅੱਗੇ ਝੜਨੇ, ਕਿਉਂਕਿ ਗੁਰੂ ਨੇ ਤੇ ਰਾਹ ਦੱਸਣਾ ਹੈ। ਉਹ ਖੁਸ਼ ਹੋਏਗਾ ਤੇ ਕੋਈ ਗੱਲ ਬਣੇਗੀ। ਗੁਰੂ ਦੇ ਅੱਗੇ ਪ੍ਰੇਮ ਦੇ ਨਾਲ ਫੁੱਲ ਆਦਿਕ ਚੜਾਉਣੇ, ਭੇਟਾਵਾਂ ਚੜਾਉਣੀਆਂ, ਇਹ ਵੀ 6ਵੇਂ ਪ੍ਰਕਾਰ ਦੀ ਭਗਤੀ ਹੈ। ਸਪਤਮ ਦਾਸ ਆਪ ਕੋ ਜਾਣੈ, ਪਰਮੇਸ਼ਵਰ ਸੁਆਮੀ ਪਹਿਚਾਨੈ। 7ਵਾਂ ਹੈ ਆਪਣੇ ਆਪ ਨੂੰ ਦਾਸ ਜਾਣਨਾ। ਇੱਕ ਤੇ ਹੁੰਦਾ ਨੌਕਰ ਸਾਧ ਸੰਗਤ, ਇੱਕ ਹੁੰਦਾ ਦਾਸ। ਨੌਕਰ ਤੇ ਜਵਾਬ ਦੇ ਸਕਦਾ, ਦਾਸ ਨਹੀਂ ਦੇ ਸਕਦਾ। ਪਹਿਲਾਂ ਸਾਡੇ ਦੇਸ਼ 'ਚ ਦਾਸ ਪ੍ਰਥਾ ਚੱਲਦੀ ਹੁੰਦੀ ਸੀ। ਦਾਸ ਦਾ ਮਤਲਬ ਹੈ ਕਿਸੇ ਨੂੰ ਖਰੀਦ ਕੇ ਲਿਆਉਣਾ, ਮੁੱਲ ਖਰੀਦ ਲਿਆਉਣਾ। ਬਸ ਉਹਨੂੰ ਕਹਿੰਦੇ ਨੇ ਦਾਸ। ਮੁੱਲ ਖਰੀਦੀ ਲਾਲਾ ਗੋਲਾ। ਕਿਸੇ ਨੂੰ ਖਰੀਦ ਲਿਆਉਣਾ, ਉਹ ਖਰੀਦ ਲਿਆ ਪੱਕਾ ਹੀ ਸਾਰੀ ਉਮਰ ਵਾਸਤੇ। ਨੌਕਰ ਨੂੰ ਤੇ ਅੱਜ ਰੱਖਾਂਗੇ, ਉਹਨੂੰ ਦਿਹਾੜੀ ਦਿੰਦੇ ਆ, ਸਾਲ ਮਨੁੱਖ ਰੱਖਦਾ ਹੈ। ਕਿਤੇ ਵੀ ਕੋਈ ਵੀ ਨੌਕਰੀ ਕਰੇ, ਉਹ ਕਹਿ ਸਕਦਾ ਮੈਂ ਹੁਣ ਨੌਕਰੀ ਅੱਗੇ ਨਹੀਂ ਕਰਨੀ। ਕਹਿੰਦੇ ਆਪਣੇ ਆਪ ਨੂੰ ਦਾਸ ਸਮਝੇ ਤੇ ਆਪਣਾ ਮਾਲਕ ਕਿਹਨੂੰ ਸਮਝੇ? ਪਰਮੇਸ਼ਰ ਨੂੰ। ਇਹ ਪਰਮੇਸ਼ਰ ਮੈਂ ਤੇਰਾ ਦਾਸ ਹਾਂ ਤੇ ਤੂੰ ਮੇਰਾ ਮਾਲਕ ਹੈ। ਤਨ ਮਨ ਧਨ ਜਾਣੈ ਪ੍ਰਭ ਦਾਨ, ਸਤੀ ਨਾਰ ਸੰਪਤ ਭਗਵਾਨ। ਕਹਿੰਦੇ ਆਪਣਾ ਤਨ ਮਨ ਧਨ ਜੋ ਵੀ ਇਹਦੇ ਕੋਲ ਹੈ, ਇਹ ਸਮਝੇ ਵੀ ਇਹ ਪ੍ਰਭੂ ਨੇ ਮੈਨੂੰ ਦਾਨ ਵਿੱਚ ਦਿੱਤਾ ਹੈ, ਮੇਰਾ ਨਹੀਂ ਹੈ। ਜਿਸ ਕਾ ਤਨ ਮਨ ਧਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜੇ ਸਾਡੇ ਕੋਲ ਮਨ ਨਾ ਹੁੰਦਾ ਤਾਂ ਵੀ ਮਨੁੱਖ ਪੈਸਾ ਨਹੀਂ ਕਮਾ ਸਕਦਾ। ਸਿਰਫ ਤਨ ਹੋਏ ਨਾ, ਮਨ ਨਾ ਹੋਏ, ਉਹਨੂੰ ਕਹਿੰਦੇ ਨੇ ਇਹ ਪਾਗਲ ਹੈ ਜਾਂ ਕੋਮਾ ਵਿੱਚ ਹੁੰਦਾ ਹੈ। ਜਿਹਦੇ ਕੋਲ ਮਨ ਹੈ, ਤਨ ਨਹੀਂ ਹੈ, ਉਹ ਵੀ ਨਹੀਂ ਕਮਾ ਸਕਦਾ। ਔਰ ਤਨ ਬਣਾਇਆ ਕਿਨੇ? ਆਪਣੇ ਆਪ ਤੇ ਨਹੀਂ ਨਾ, ਬੰਦੇ ਨੇ ਬਣਾਇਆ। 5 ਤੱਤ ਬਣਾਏ, ਆਪਣੇ ਆਪ ਨਹੀਂ ਬਣਾਇਆ, ਇਹਨੂੰ ਮਿਲਿਆ। ਫਿਰ ਜਿਹਦਾ ਤਨ ਹੈ, ਮਨ ਵੀ ਉਹਦਾ ਹੀ ਹੈ। ਫਿਰ ਤਨ ਤੇ ਮਨ ਨਾਲ ਜਿਹੜਾ ਕੁਝ ਕਮਾਇਆ, ਬੁੱਧੀ ਉਹਨੇ ਦਿੱਤੀ ਹੈ, ਫਿਰ ਜੋ ਕੁਝ ਕਮਾਇਆ ਇਹ ਵੀ ਉਹਦਾ ਹੈ। ਫਿਰ ਕਹਿੰਦੇ ਨੇ ਤਨ ਮਨ ਧਨ। ਇਹ ਐਵੇਂ ਸਮਝੇ ਵੀ ਹੇ ਪਰਮੇਸ਼ਰ ਮੈਨੂੰ ਤੇ ਤੂੰ ਦਿੱਤਾ ਹੈ, ਕਮਾਇਆ ਮੈਂ ਕੁਝ ਨਹੀਂ ਹੈ, ਨਾ ਮੇਰੀ ਇੰਨੀ ਔਕਾਤ ਹੈ ਵੀ ਮੈਂ ਕੁਝ ਕਮਾ ਸਕਦਾ। ਏਡੀ ਵੱਡੀ ਤੂੰ ਸ੍ਰਿਸ਼ਟੀ ਬਣਾਈ ਹੈ, ਮੈਂ ਤੇ ਇੱਕ ਛੋਟੀ ਜੀ ਬੁੱਧੀ ਦਾ ਮਾਲਕ ਹਾਂ। ਏਡੇ ਵੱਡੇ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ ਪਰਮਾਤਮਾ ਦਾ। ਕੋਈ ਵੱਡੀ ਜੀ ਕੰਪਨੀ ਹੋਏ ਨਾ ਜਿਹਦੇ ਵਿੱਚ ਹਜ਼ਾਰਾਂ ਮੁਲਾਜ਼ਮ ਹੋਣ, ਉਹ ਲੋਕ ਸੋਚਦਾ ਵੀ ਏਡੀ ਵੱਡੀ ਕੰਪਨੀ ਹੈ, ਮੇਰੀ ਇੱਥੇ ਕੀ ਔਕਾਤ ਹੈ। ਇਹ ਰੱਬ ਦੀ ਏਡੀ ਵੱਡੀ ਕੰਪਨੀ ਹੈ ਜਿਹਦੇ ਵਿੱਚ ਲੱਖਾਂ ਹੀ ਸੂਰਜ ਨੇ। ਅਤੇ ਸਾਇੰਸ ਕਹਿੰਦੀ ਹੈ ਇੱਕ ਗਲੈਕਸੀ 'ਚ ਬੈਠੇ ਹਾਂ ਅਸੀਂ, ਇਹਦੇ ਵਿੱਚ ਹੀ ਲੱਖਾਂ ਤਾਰੇ ਨੇ। ਉਹਨਾਂ ਏਡੇ ਵੱਡੇ ਵੱਡੇ ਤਾਰੇ ਨੇ ਜਿਹੜਾ ਪਤਾ ਵੀ ਨਹੀਂ ਅੱਜ ਤਾਈਂ ਕਿ ਉਹਨਾਂ ਵਿੱਚ ਸਾਡੀ ਕੀ ਔਕਾਤ ਹੈ, ਕੁਛ ਵੀ ਨਹੀਂ। ਮਨੁੱਖ ਆਪਣੇ ਆਪ ਨੂੰ ਵੈਸੇ ਹੰਕਾਰ ਕਰੀ ਜਾਏ, ਕਰ ਵੀ ਸਕਦਾ ਹੈ, ਪਰ ਇਹਦੀ ਔਕਾਤ ਕੁਛ ਨਹੀਂ ਹੈ। ਬਾਣੀ ਇਹ ਕਹਿ ਰਹੇ ਨੇ, ਕਹਿੰਦੇ ਜਿਹੜੀ 7ਵੇਂ ਪ੍ਰਕਾਰ ਦੀ ਭਗਤੀ ਹੈ, ਪਰਮੇਸ਼ਰ ਨੂੰ ਆਪਣਾ ਮਾਲਕ ਸਮਝੇ। ਜੋ ਕੁਛ ਵੀ ਉਹਨੇ ਦਿੱਤਾ ਹੈ ਉਹਨੂੰ ਇਹ ਸਮਝੇ ਉਹਨੇ ਮੈਨੂੰ ਦਾਤਾਂ ਦਿੱਤੀਆਂ ਨੇ। ਜਿਵੇਂ ਇੱਕ ਪਤੀਵ੍ਰਤਾ ਇਸਤਰੀ ਆਪਣੇ ਪਤੀ ਦੀ ਆਗਿਆ ਦਾ ਪਾਲਨ ਕਰਦੀ ਹੈ, ਐਵੇਂ ਪਰਮੇਸ਼ਰ ਦੀ ਆਗਿਆ ਦਾ ਪਾਲਨ ਕਰਨਾ ਚਾਹੀਦਾ ਹੈ। ਅਸ਼ਟਮ ਮਿੱਤਰ ਲਖੈ ਸ੍ਰੀ ਪਤ ਕੋ, ਨਹੀਂ ਦੁਲਾਵੇਂ ਆਪਣੇ ਚਿੱਤ ਕੋ। 8ਵਾਂ ਤਰੀਕਾ ਹੈ ਪਰਮੇਸ਼ਰ ਨੂੰ ਆਪਣਾ ਮਿੱਤਰ ਸਮਝ ਲੈ। ਗੁਰਬਾਣੀ ਵਿੱਚ ਇਹ ਵੀ ਸ਼ਬਦ ਆਏ ਨੇ। ਇੱਕ ਤੇ ਸ਼ਬਦ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ। ਇੱਕ ਆਂਦਾ ਸੁਣ ਯਾਰ ਹਮਾਰੇ ਮਿੱਤਰ, ਇੱਕ ਕਰਹੁ ਬੇਨੰਤੀਆ। ਜਾਂ ਗੁਰਬਾਣੀ 'ਚ ਹੁੰਦਾ ਸੁਣ ਯਾਰ ਵੇ। ਇਹ ਗੁਰਬਾਣੀ ਵਿੱਚ ਮਿੱਤਰ ਬਣਾ ਲਏ ਪਰਮਾਤਮਾ ਨੂੰ। ਇਹ ਪਰਮਾਤਮਾ ਜਾਂ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਨੂੰ ਆਪਣਾ ਮਿੱਤਰ ਬਣਾਏ। ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾ ਲੈਣਾ। ਹੁਣ ਜੇ ਆਪਣਾ ਇਹ ਵੀ ਭਾਵ ਹੈ, ਇੱਕ ਭਾਵ ਤੇ ਉਹਨੂੰ ਮਾਲਕ ਸਮਝਣਾ, ਜਿਹਨੂੰ ਅਸੀਂ ਕਹਿੰਦੇ ਤੂੰ ਠਾਕੁਰ ਤੁਮ ਪਹਿ ਅਰਦਾਸ, ਇਹਦੇ ਉਹਨੂੰ ਮਾਲਕ ਸਮਝ ਲਿਆ। ਇੱਕ ਭਾਵ ਹੈ ਉਹਨੂੰ ਆਪਣਾ ਮਿੱਤਰ ਸਮਝ ਲੈਣਾ ਵੀ ਜਿਹੜੀ ਵੀ ਗੱਲ ਹੋਣੀ ਹੈ ਮੈਂ ਆਪਣੇ ਮਨ ਹੀ ਮਨ ਪਰਮੇਸ਼ਰ ਨਾਲ ਹੀ ਕਰਨੀ, ਵੀ ਪਰਮੇਸ਼ਰ ਤੂੰ ਮੇਰਾ ਮਿੱਤਰ ਹੈ। ਜੋ ਕਛ ਕਰੇ ਭਲੀ ਮਮ ਜਾਣੈ, ਨਹੀਂ ਤਰਕਣਾ ਤਿਸ ਪਰ ਠਾਨੈ। ਫਿਰ ਜੋ ਵੀ ਮਿੱਤਰ ਕਰੇ, ਮਿੱਤਰ ਕਦੀ ਆਪਣੇ ਮਿੱਤਰ ਦੇ ਬੁਰੇ ਵਿੱਚ ਕੁਝ ਨਹੀਂ ਕਰਦਾ। ਜੋ ਕੁਝ ਵੀ ਕਰਦਾ ਹੈ ਭਲੇ 'ਚ ਹੀ ਕਰਦਾ। ਚੰਗਾ ਮਿੱਤਰ ਵੀ ਉਹੀ ਹੈ
ਜਿਹੜਾ ਜੋ ਵੀ ਕਰੇ ਭਲੇ ਲਈ ਕਰੇ। ਕਹਿੰਦੇ ਇਸ ਕਰਕੇ ਫਿਰ ਤਰਕ ਨਾ ਕਰੇ, ਜੋ ਵੀ ਪਰਮਾਤਮਾ ਕਰਦਾ ਹੈ ਉਹਨੂੰ ਸਤ ਕਰਕੇ ਮੰਨ ਲੈਣਾ ਚਾਹੀਦਾ ਹੈ। ਜਥਾ ਸਖਾ ਕੀ ਕ੍ਰਿਤ ਲਖੰਤਾ ਕਰਹਿ ਜੋ ਕਛ ਮਮ ਭਲਾ ਕਰੰਤਾ। ਜਿਵੇਂ ਇੱਕ ਮਿੱਤਰ ਆਪਣੇ ਦੂਜੇ ਮਿੱਤਰ ਦੀ ਕ੍ਰਿਤ ਦੇ ਵਿੱਚ ਕਦੇ ਇਵੇਂ ਨਹੀਂ ਸੋਚਦਾ ਵੀ ਮੇਰੇ ਮਿੱਤਰ ਨੇ ਮਾੜਾ ਸੋਚਦਾ, ਨਹੀਂ, ਮੇਰੇ ਮਿੱਤਰ ਨੇ ਜੋ ਵੀ ਮੇਰੇ ਵਾਸਤੇ ਕੀਤਾ ਹੈ ਇਹ ਚੰਗਾ ਹੀ ਕੀਤਾ ਹੈ। ਤਿਮ ਪ੍ਰਭ ਮਿੱਤਰ ਕਰਤ ਕੋ ਹੇਰੈ ਜੋ ਕਿਛ ਕਰੈ ਭਲੀ ਸੋ ਮੇਰੈ। ਇਸ ਕਰਕੇ ਪ੍ਰਮਾਤਮਾ ਨੂੰ ਇਹ ਕਹੇ, ਹੈ ਪ੍ਰਮਾਤਮਾ ਜੋ ਤੁਧ ਭਾਵੈ ਸਾਈ ਭਲੀ ਕਰ। ਹੇ ਵਾਹਿਗੁਰੂ ਜੋ ਤੂੰ ਕਰ ਰਹੇ ਹੈ ਉਹ ਭਲਾ ਹੀ ਹੈ। ਸਾਧ ਸੰਗਤ ਕਈ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਨੇ ਨਾ, ਬੰਦਗੀ ਕਰਦਿਆਂ ਵੀ ਅਸੀਂ ਇਹ ਸਮਝ ਲੈਂਦੇ ਹਾਂ ਵੀ ਸ਼ਾਇਦ ਇਹ ਪ੍ਰਮਾਤਮਾ ਨੇ ਮੇਰੇ ਨਾਲ ਮਾੜਾ ਕੀਤਾ ਹੈ, ਕਿਉਂਕਿ ਸਾਡੀ ਜਿਹੜੀ ਬੁੱਧੀ ਹੈ, ਮਨੁੱਖ ਦੀ ਜਿਹੜੀ ਬੁੱਧੀ ਹੈ ਉਹ ਬਹੁਤ ਛੋਟੀ ਹੈ। ਔਰ ਮਨੁੱਖ ਇਸ ਬੁੱਧੀ ਤਾਂ ਹੀ ਪ੍ਰਮਾਤਮਾ ਦਾ ਅੰਤ ਥੋੜੀ ਨਾ ਪਾ ਲਿਆ। ਆਪਾਂ ਜੇ ਕੋਈ ਉਹਨੇ ਸਾਡੇ ਨਾਲ ਗੱਲ ਵਾਪਰ ਗਈ ਅਸੀਂ ਇਹ ਸਮਝ ਲੈਨੇ ਗਲਤ ਕਰ ਦਿੱਤਾ, ਸ਼ਾਇਦ ਸਾਰੀ ਜ਼ਿੰਦਗੀ ਵੀ ਨਾ ਸਮਝ ਪਾਈਏ। ਕਿਉਂ? ਸਮਝ ਤੋਂ ਤੇ ਬਾਹਰ ਹੈ ਨਾ ਉਹ। ਮਨੁੱਖ ਦੀ ਬੁੱਧੀ ਤੇ ਇਵੇਂ ਹੈ, ਜਿਵੇਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ, ਇੱਕ ਸਮੁੰਦਰ ਦੇ ਕੋਲ ਖਲੋਤਾ ਹੋਇਆ ਇੱਕ ਆਦਮੀ, ਉਹ ਬਾਟਾ ਭਰਦਾ ਹੈ ਸਮੁੰਦਰ ਚੋਂ, ਫਿਰ ਖਲੋ ਜਾਂਦਾ ਹੈ। ਕਹਿੰਦੇ ਇਹ ਬਾਟੇ ਵਿੱਚ ਸਮੁੰਦਰ ਆ ਕਿਉਂ ਨਹੀਂ ਰਿਹਾ? ਇੱਕ ਬੱਚਾ ਉਹਨੂੰ ਵੇਖ ਕੇ ਹੱਸਦਾ ਹੈ, ਕਹਿੰਦੇ ਤੂੰ ਇਹ ਕੀ ਕਰ ਰਿਹਾ? ਕਹਿੰਦੇ ਮੈਂ ਨਾ ਸਮੁੰਦਰ ਨੂੰ ਇਹ ਬਾਟੇ ਵਿੱਚ ਭਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਹੱਸਣ ਲੱਗ ਪਿਆ, ਕਹਿੰਦੇ ਤੂੰ ਅਣਜਾਣ ਹੈ, ਨਿਆਣਾ ਹੈ। ਕਹਿੰਦੇ ਕਿਉਂ? ਆਪਣੇ ਔਕਾਤ ਤੇ ਵੇਖ, ਤੂੰ ਇੱਕ ਬਾਟੇ ਦੇ ਵਿੱਚ ਏਡੇ ਵੱਡੇ ਸਮੁੰਦਰ ਨੂੰ ਭਰ ਲਏਗਾ? ਤੂੰ ਸਾਰੀ ਉਮਰ ਕਈ ਯੁੱਗ ਵੀ ਲੱਗਿਆ ਰਹੇ, ਬਾਟੇ ਵਿੱਚ ਸਮੁੰਦਰ ਨਹੀਂ ਆਉਣਾ। ਕਹਿੰਦੇ ਫਿਰ ਮੈਂ ਕੀ ਕਰਾਂ? ਹਾਂ, ਕਹਿੰਦੇ ਤੂੰ ਬਾਟੇ ਨੂੰ ਉਹਦੇ ਵਿੱਚ ਸੁੱਟ ਦੇ, ਤੂੰ ਇਹਦੇ ਵਿੱਚ ਸਮਾ ਸਕਦਾ, ਬਾਟਿਆਂ 'ਚ ਸਮੁੰਦਰ ਨਹੀਂ ਆਏ। ਮਨੁੱਖ ਉਹਦੀ ਕੀਤੀ ਨੂੰ ਐਵੇਂ ਕਹਿ ਦੇ, ਜੋ ਤੁਧ ਭਾਵੈ ਸਾਈ ਭਲੀ ਕਰ, ਪਰ ਉਹਦੀ ਕੀਤੀ ਦੇ ਤਰਕ ਕਰਨਾ ਐਵੇਂ ਹੈ ਜਿਵੇਂ ਬਾਟੇ ਦੇ ਵਿੱਚ ਸਮੁੰਦਰ ਨੂੰ ਭਰਨਾ। ਨਹੀਂ ਭਰਿਆ, ਸਮਝ ਨਹੀਂ ਆ ਸਕਦਾ ਉਹ ਕੀ ਕਰ ਰਿਹਾ ਹੈ। ਮਹਾਰਾਜ ਕਹਿੰਦੇ ਜੋ ਕਿਛ ਕਰੈ ਸੋ ਭਲਾ ਕਰਮਾਨੀ ਹੈ, ਬਸ ਇੰਨੀ ਗੱਲ ਹੈ। ਜੇ ਉਹਦੀ ਮਾੜੀ ਮਾੜੀ ਗੱਲ ਤੇ ਆਪ ਦੇ ਸਾਹਮਣੇ ਮੈਂ ਗੱਲ ਰੱਖਾਂ, ਕਹਿੰਦੇ ਇੱਕ ਰਾਜੇ ਦੀ ਨਾ ਉਂਗਲ ਵੱਢੀ ਗਈ। ਉਹਦਾ ਵਜ਼ੀਰ ਸੀ, ਉਹ ਰਾਜਾ ਕਹਿੰਦਾ ਉਂਗਲ ਵੱਢੀ ਗਈ ਹੈ। ਵਜ਼ੀਰ ਕਹਿੰਦਾ ਹੈ ਵੀ ਜੋ ਰੱਬ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਰਾਜਾ ਕਹਿੰਦਾ ਵੀ ਇਹ ਸਾਡਾ ਸ਼ੁਭ ਚਿੰਤਕ ਨਹੀਂ ਹੈ, ਇਹਨੂੰ ਫੜੋ। ਮੇਰੀ ਉਂਗਲ ਵੱਢੀ ਗਈ ਹੈ, ਇਹ ਕਹਿੰਦਾ ਜੋ ਰੱਬ ਕਰਦਾ ਚੰਗਾ ਹੀ ਕਰਦਾ। ਆਪਾਂ ਵੀ ਜੇ ਕਿਤੇ ਕਿਸੇ ਦੀ ਕੋਈ ਡੈਥ ਹੋ ਜਾਏ, ਆਪਾਂ ਇਹ ਕਹਿੰਦੇ ਵੀ ਬੜਾ ਮਾੜਾ ਹੋਇਆ, ਐਵੇਂ ਤਾਂ ਕੋਈ ਨਹੀਂ ਕਹਿੰਦਾ ਬੜਾ ਚੰਗਾ ਹੋਇਆ, ਵੀ ਜੋ ਰੱਬ ਕਰਦਾ ਚੰਗਾ। ਐਵੇਂ ਜੇ ਕਹੇਗਾ ਫਿਰ ਸੁਸਾਇਟੀ ਨੇ ਭਜਾ ਦੇਣਾ ਤਾਂ ਵੀ ਤੂੰ ਕੀ ਗੱਲ ਕਰ ਰਿਹਾ। ਹੁਣ ਕਹਿਣਾ ਤਾਂ ਇਹੀ ਪੈਂਦਾ ਹੈ ਵੀ ਮਾੜਾ ਹੋਇਆ, ਪਰ ਮਾੜਾ ਕਹਿਣਾ ਨਹੀਂ ਚਾਹੀਦਾ। ਵੀ ਚਲੋ ਇਹ ਕਹਿ ਸਕਦੇ ਆ ਵੀ ਚਲੋ ਜੋ ਵਾਹਿਗੁਰੂ ਦਾ ਭਾਣਾ, ਇਹ ਤੇ ਗੱਲ ਹੋਈ, ਜੋ ਉਹਨੂੰ ਚੰਗਾ ਲੱਗਿਆ। ਇਹ ਕਹਿਣਾ ਬੜਾ ਮਾੜਾ ਹੋਇਆ, ਇਹ ਤੇ ਸਿੱਧੀ ਡਾਇਰੈਕਟ ਰੱਬ ਤੇ ਉਂਗਲ ਹੈ ਵੀ ਉਹਨੇ ਮਾੜਾ ਕਰਦਾ। ਮਾੜਾ ਤੇ ਉਹ ਕਰਦਾ ਹੀ ਨਹੀਂ, ਉਹ ਤੇ ਚੰਗਾ ਹੀ ਕਰਦਾ ਹਮੇਸ਼ਾ। ਮਾੜਾ ਤੇ ਮਨੁੱਖ ਕਰਦਾ ਹੈ, ਉਹ ਨਹੀਂ ਮਾੜਾ ਕਰਦਾ। ਕੋੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ, ਇਹ ਤੇ ਉਹਦੀ ਪਛਾਣ ਹੈ। ਨਾ ਉਹ ਕੌੜਾ ਬੋਲ ਜਾਣਦਾ, ਨਾ ਕਿਸੇ ਦਾ ਔਗਣ ਹੀ ਚਿਤਾਰਦਾ ਹੈ। ਜੇ ਕਿਤੇ ਪ੍ਰਮਾਤਮਾ ਮਨੁੱਖਾਂ ਦੇ ਔਗਣ ਲੱਭਣ ਲੱਗ ਜਾਏ ਨਾ, ਇੱਕ ਵੀ ਮਨੁੱਖ ਉਹਦੀ ਖਿੱਚੀ ਹੋਈ ਲਕੀਰ ਤੋਂ ਪਾਰ ਨਹੀਂ ਹੋ ਸਕਦਾ। ਬਾਣੀ ਦੇ ਸ਼ਬਦ ਹੁੰਦਾ ਲੇਖਾ ਛੋੜ, ਪਰਮਾਤਮਾ ਲੇਖਿਆਂ ਵਾਲੀ ਵਹੀ ਸਾਈਡ 'ਚ ਰੱਖ ਦੇਈਂ, ਜਿੱਦਣ ਮੈਨੂੰ ਆਪਣੀ ਦਰਗਾਹ 'ਚ ਪੇਸ਼ ਕਰੇਗਾ। ਕਿਉਂ? ਮੇਰੇ 'ਚ ਔਗਣ ਬੜੇ ਨੇ, ਕੀਤੇ ਹੀ ਬੜੇ ਨੇ। ਹੁਣ ਉਹ ਕਹਿੰਦੇ ਨੇ ਵੀ ਵਜ਼ੀਰ ਕਹਿੰਦਾ ਹੈ ਜੋ ਰੱਬ ਕਰਦਾ ਚੰਗਾ ਹੀ ਕਰਦਾ। ਉਹਨਾਂ ਚੁੱਕ ਕੇ ਜੇਲ੍ਹ ਵਿੱਚ ਉਹਨੂੰ ਸੁੱਟ ਲਿਆ। ਥੋੜ੍ਹੇ ਦਿਨਾਂ ਬਾਅਦ ਰਾਜਾ ਜੰਗਲ ਵਿੱਚ ਗਿਆ, ਭੀਲ ਜਾਤੀ ਦੇ ਲੋਕ ਇਕੱਠੇ ਹੋਏ, ਉਹਨਾਂ ਬਲੀ ਦੇਣੀ ਸੀ ਦੇਵਤੇ ਦੇ ਅੱਗੇ। ਰਾਜਾ ਕਿਤੇ ਆਪਣੀ ਸੈਨਾ ਨਾਲ ਸੀ, ਵਿਛੜ ਗਿਆ ਸੈਨਾ ਤੋਂ, ਉਹਨਾਂ ਇਹਨੂੰ ਫੜ ਲਿਆ, ਕਹਿੰਦੇ ਚਲੋ ਇਹਦੀ ਬਲੀ ਦਿੰਦੇ ਆ। ਉਹ ਦੇਣ ਲੱਗੇ, ਉਹਨਾਂ ਦਾ ਬਜ਼ੁਰਗ ਕਹਿੰਦਾ ਭੀਲਾਂ ਦਾ ਸਰਦਾਰ, ਕਹਿੰਦੇ ਜਿਹਨੂੰ ਫੜ ਕੇ ਲਿਆਏ ਹੋ ਇਹ ਤੇ ਵੇਖੋ ਵੀ ਇਹਦੇ ਅੰਗ ਪੂਰੇ ਨੇ। ਸਾਰਾ ਉਹਦਾ ਚੈੱਕ ਕੀਤਾ, ਕਹਿੰਦੇ ਨਹੀਂ ਇਹਦੀ ਇੱਕ ਉਂਗਲ ਨਹੀਂ ਹੈ, ਕਹਿੰਦੇ ਛੱਡ ਦਿਓ ਇਹਨੂੰ, ਇਹਦੀ ਬਲੀ ਨਹੀਂ ਅਸੀਂ ਦੇ ਸਕਦੇ।
ਰਾਜਾ ਵਾਪਸ ਆਇਆ, ਕਹਿੰਦੇ ਇਹਨੂੰ ਜੇਲ੍ਹ ਚੋਂ ਬਾਹਰ ਕੱਢੋ। ਕਹਿੰਦੇ ਇਹ ਠੀਕ ਕਹਿੰਦਾ ਸੀ, ਜੋ ਰੱਬ ਕਰਦਾ ਹੈ ਉਹ ਚੰਗਾ ਹੀ ਕਰਦਾ। ਜੇ ਕਿਤੇ ਮੇਰੀ ਉਂਗਲ ਨਾ ਵੱਢੀ ਜਾਂਦੀ, ਅੱਜ ਮੇਰਾ ਸਿਰ ਵੱਢਿਆ ਜਾਣਾ ਸੀ। ਇਹਦੇ ਉਂਗਲ 'ਚ ਹੀ ਕੰਮ ਚੱਲ ਗਿਆ। ਉਹਨੂੰ ਵਜ਼ੀਰ ਫਿਰ ਕਹਿੰਦਾ, ਕਹਿੰਦਾ ਰਾਜਾ ਜੋ ਰੱਬ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਉਹ ਵੱਖਰੀ ਗੱਲ ਹੈ, ਮਨੁੱਖ ਦੀ ਸਮਝ 'ਚ ਨਹੀਂ ਆ ਸਕਦਾ। ਉਹਨੂੰ ਸਮਝ ਕੇ ਇਹੀ ਸਮਝਿਆ ਜਾ ਸਕਦਾ ਹੈ, ਉਹ ਸਮਝ 'ਚ ਨਹੀਂ ਆਉਂਦਾ। ਬਸ ਉਹਨੂੰ ਸਮਝ ਕੇ ਇੱਕ ਹੀ ਗੱਲ ਸਮਝ ਆਏਗੀ ਵੀ ਮੇਰੀ ਨਾ ਸਮਝੀ ਸੀ, ਮੈਂ ਉਹਨੂੰ ਸਮਝਣ ਦਾ ਯਤਨ ਕਰ ਰਿਹਾ ਸੀ। ਬਸ ਇਹ ਗੱਲ ਹੈ, ਕਿਉਂਕਿ ਉਹ ਹੈ ਹੀ ਬੜਾ ਵੱਡਾ, ਇੱਡਾ ਵੱਡਾ ਉਹਨੇ ਸਿਸਟਮ ਰਚਿਆ ਹੈ, ਸਮਝ ਵਿੱਚ ਨਹੀਂ ਆਉਂਦਾ। ਜਿਹੜੇ ਮਨੁੱਖ ਪਰਮਾਤਮਾ ਨੂੰ ਸਮਝਣ ਦਾ ਯਤਨ ਗਏ, ਬਾਣੀ ਕਹਿੰਦੀ ਹੈ ਜਿਹੜੇ ਉਹਦਾ ਅੰਤ ਲੈਣ ਲਈ ਗਏ ਸੇ ਆਏ ਅੰਤ ਗਵਾਏ। ਅੰਤ ਉਹਦੇ ਵਿੱਚ ਹੀ ਗੁੰਮ ਹੋ ਗਏ, ਅੰਤ ਨਹੀਂ ਲੈ ਸਕੇ। ਸਮੁੰਦਰ ਦਾ ਅੰਤ ਲੈਣ ਲਈ ਜੇ ਮਛਲੀ ਤੁਰੇ, ਸਾਰੇ ਜੀ ਕਹਿਣਗੇ ਤੂੰ ਪਾਗਲ ਹੈ ਮਛਲੀ, ਤੂੰ ਪਾਣੀ ਦਾ ਆਨੰਦ ਮਾਣ ਸਕਦੀ ਹੈ, ਇਹਦਾ ਆਨੰਦ ਮਾਣ। ਅੰਤ ਲੈਣ ਦੀ ਕੋਸ਼ਿਸ਼ ਨਾ ਕਰ, ਜ਼ਿੰਦਗੀਆਂ ਨਿਕਲ ਜਾਣਗੀਆਂ, ਯੁੱਗ ਨਿਕਲ ਜਾਣਗੇ, ਪਰਮੇਸ਼ਰ ਦਾ ਅੰਤ ਨਹੀਂ ਕਿਸੇ ਪਾਇਆ। ਹੁਣ ਮਹਾਰਾਜ ਕਹਿੰਦੇ ਨੇ ਜਿਹੜੀ 8ਵੀਂ ਪ੍ਰਕਾਰ ਦੀ ਭਗਤੀ ਹੈ, ਇਹ ਸਮਝਣਾ ਵੀ ਉਹ ਮੇਰਾ ਮਿੱਤਰ ਹੈ, ਜੋ ਕੁਝ ਵੀ ਉਹ ਕਰ ਰਿਹਾ ਹੈ ਉਹ ਮੇਰੇ ਵਾਸਤੇ ਚੰਗਾ ਹੀ ਕਰ ਰਿਹਾ ਹੈ। ਨੌਮੀ ਤਨ ਧਨ ਪ੍ਰਭ ਅਰਪਾਏ, ਆਪਣੋ ਕਛੂ ਨਾ ਲਖੈ ਕਦਾਏ। ਨੌਵੀਂ ਜਿਹੜੀ ਭਗਤੀ ਆ ਉਹ ਇਹ ਹੈ ਵੀ ਤਨ ਮਨ ਧਨ ਆਪਣਾ ਨਾ ਸਮਝਣਾ, ਸਭ ਕੁਝ ਪ੍ਰਭੂ ਦਾ ਸਮਝਣਾ ਹੈ। ਮਮਤਾ ਤਜਹਿ ਪਦਾਰਥ ਕੇਰੀ, ਹਰ ਕੇ ਜਾਣ ਨਾ ਸੁਖ ਦੁੱਖ ਹੇਰੀ। ਕਹਿੰਦੇ ਜਿਹੜੀ ਪਦਾਰਥਾਂ ਦੇ ਮੋਹ ਨੂੰ ਛੱਡ ਦੇਵੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪਰਮਾਤਮਾ ਦਾ ਸਮਝ ਕੇ ਸੁੱਖ ਦੁੱਖ ਦੇ ਵਿੱਚ ਨਾ ਪਵੇ। ਨਵਦਾ ਭਗਤ ਕਹੀ ਇਹੋ ਜੋਏ, ਜੇਕਰ ਇੱਕ ਭੀ ਪ੍ਰਾਪਤ ਹੋਏ। ਮਹਾਰਾਜ ਕਹਿੰਦੇ ਇਹ 9 ਪ੍ਰਕਾਰ ਦੀ ਭਗਤੀ ਹੈ। ਭਗਤੀ ਦਾ ਮਤਲਬ ਹੈ ਭਾਵ, ਵੀ ਇਹ 9 ਪ੍ਰਕਾਰ ਦੇ ਭਾਵ ਨੇ। ਪਰਮਾਤਮਾ ਨੂੰ ਠਾਕੁਰ ਸਮਝ ਲੈਣਾ, ਉਹਨੂੰ ਮਿੱਤਰ ਸਮਝ ਲੈਣਾ, ਇਹ ਸਾਰੇ ਭਾਵ ਨੇ। ਇਹ 9 ਪ੍ਰਕਾਰ ਦੇ ਨੇ। ਜੇ ਇਹਨਾਂ ਵਿੱਚੋਂ ਇੱਕ ਵੀ ਆ ਜਾਏ ਕਿਸੇ ਵਿੱਚ, ਉਹਨੂੰ ਮਹਾਰਾਜ ਦੱਸਦੇ ਨੇ ਉਹਨੂੰ ਕੀ ਫਲ ਪ੍ਰਾਪਤ ਹੁੰਦਾ ਹੈ। ਤੋ ਉਦਾਰ ਜਨ ਕੋ ਕਰ ਦੇਤ, ਕਿਆ ਸੰਸੈ ਹੋਏ ਸਰਬ ਸਮੇਤ। ਜੇ ਇੱਕ ਵੀ ਆ ਜਾਈ ਉਹਦੇ ਸਾਰੇ ਹੀ ਸ਼ੰਕੇ ਮਿਟ ਜਾਣਗੇ, ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਵਾਂ ਦਾ ਹੱਲ ਹੋ ਜਾਵੇਗਾ। ਅਪਰ ਸੁਨੋ ਜਸ ਪ੍ਰੇਮਾ ਭਗਤ, ਜੇ ਸਮ ਅਪਰ ਨਾ ਸੁਖ ਤੇ ਜਗਤ। ਮਹਾਰਾਜ ਕਹਿੰਦੇ ਭਾਈ ਸਭ ਤੋਂ ਵੱਡੀ ਪ੍ਰੇਮਾ ਭਗਤੀ ਹੈ, ਉਹਦੇ ਨਾਲ ਪ੍ਰੇਮ ਕਰਨਾ। ਬਸ ਉਹਦੇ ਬਰਾਬਰ ਦੀ ਕੋਈ ਵੀ ਭਗਤੀ ਦੁਨੀਆ ਤੇ ਨਹੀਂ ਹੈ। ਤਰਵਰ ਫਲ ਪੂਰਬ ਹੋਏ ਸਾਵਾ, ਸਵਾਦ ਵਿਖੈ ਕੌਰਾ ਲਖ ਪਾਵਾ। ਇੱਕ ਨਾ ਉਦਾਹਰਣ ਦਿੰਦੇ ਨੇ ਇੱਥੇ, ਕਹਿੰਦੇ ਜਦੋਂ ਰੁੱਖ ਨੂੰ ਨਾ ਸ਼ੁਰੂ ਦੇ ਵਿੱਚ ਅਮਰੂਦ ਲੱਗਦੇ ਨੇ ਨਾ, ਕੱਚੇ ਹੁੰਦੇ ਨੇ, ਕਹਿੰਦੇ ਉਹ ਜਿਹੜੇ ਫਲ ਹੁੰਦੇ ਨੇ ਸ਼ੁਰੂ ਦੇ ਵਿੱਚ ਕੌੜੇ ਹੁੰਦੇ ਹਨ। ਉਨ ਪੀਰੋ ਤਬ ਲਹਿ ਕਰੁ ਸਾਈ, ਬ੍ਰਿਛ ਬੀਚ ਤੇ ਲੈ ਰਸ ਪਾਈ। ਫਿਰ ਜਦੋਂ ਦੂਜੀ ਅਵਸਥਾ ਹੁੰਦੀ ਹੈ ਥੋੜੇ ਪੀਲੇ ਹੋ ਜਾਂਦੇ ਨੇ। ਹੁਣ ਪੀਲੀਆਂ ਜਿਵੇਂ ਮਸੰਮੀਆਂ ਨੇ, ਜਦੋਂ ਪੀਲੀਆਂ ਹੋ ਜਾਂਦੀਆਂ ਨੇ ਥੋੜੀ ਉਹਨਾਂ ਦੇ ਵਿੱਚ ਖਟਿਆਈ ਆ ਜਾਂਦੀ ਹੈ। ਉਨ ਪਾਕੋ ਹੋਵਹਿ ਰੰਗ ਲਾਲ, ਸਵਾਦ ਪਾਏ ਸੋ ਮਧੁਰ ਵਿਸਾਲ। ਜਦੋਂ ਫਿਰ ਪੱਕ ਜਾਂਦਾ ਉਹਦਾ ਰੰਗ ਲਾਲ ਹੋ ਜਾਂਦਾ, ਭਾਵ ਹੋਰ ਰੰਗ ਬਦਲ ਜਾਂਦਾ ਹੈ। ਕਹਿੰਦੇ ਫਿਰ ਉਹਦੇ ਵਿੱਚ ਮਿੱਠਾ ਆ ਜਾਂਦਾ ਹੈ। ਤਿਮ ਪਰਮੇਸ਼ਰ ਪ੍ਰੇਮੀ ਹੋਏ, ਤਿਨ ਕੇ ਲੱਛਣ ਇਸ ਵਿਦ ਜੋਏ। ਐਵੇਂ ਜਿਹੜੇ ਪਰਮੇਸ਼ਰ ਦੇ ਪ੍ਰੇਮੀ ਹੋ ਜਾਂਦੇ ਨੇ ਉਹਨਾਂ ਦੀ ਅਵਸਥਾ ਦੱਸਦੇ ਨੇ। ਪਹਿਲੀ ਅਵਸਥਾ 'ਚ ਕੀ ਹੁੰਦਾ ਹੈ। ਪ੍ਰਥਮੇ ਰੁਦਨ ਕਰਤ ਚਿਤ ਚਾਹੈ, ਪ੍ਰੀਤਮ ਦਰਸ਼ਨ ਧਰਤ ਉਮਾ ਹੈ। ਪਹਿਲਾਂ ਜਦੋਂ ਮਨੁੱਖ ਲੱਗਦਾ ਹੈ, ਪਹਿਲਾਂ ਉਹ ਰੋਂਦਾ ਹੈ, ਉਹਨੂੰ ਇਹ ਪਤਾ ਲੱਗਦਾ ਹੈ ਨਾ, ਰੋਂਦਾ ਹੈ। ਹਮੇਸ਼ਾ ਇਹੀ ਗੱਲ ਕਹਿੰਦਾ ਮੇਰਾ ਮਨ ਲੋਚੈ ਗੁਰਦਰਸ਼ਨ ਪਾਈ। ਹਮੇਸ਼ਾ ਪਰਮੇਸ਼ਰ ਦੀ ਯਾਦ ਵਿੱਚ ਫਿਰ ਮਨੁੱਖ ਜਦੋਂ ਭਗਤੀ 'ਚ ਪਹਿਲੀ ਵਾਰੀ ਲੱਗਦਾ ਹੈ, ਉਹਦੀ ਅੱਖਾਂ 'ਚੋਂ ਅਥਰੂ ਵਹਿੰਦੇ ਨੇ, ਕਿਉਂਕਿ ਉਹਨੂੰ ਪਰਮੇਸ਼ਰ ਦਾ ਦਰਸ਼ਨ ਚਾਹੀਦਾ ਹੁੰਦਾ ਹੈ। ਵਿਚਰੇ ਹਮ ਜਾਂ ਤੇ ਦੁੱਖ ਪਾਵੇ,
ਦੀਰਘ ਸੁਆਸਨ ਲੇ ਪਛਤਾਵੇ। ਜਿਵੇਂ ਮਨੁੱਖ ਉਹਨੂੰ ਪਤਾ ਲੱਗ ਜਾਂਦਾ ਮੈਂ ਵਿਛੜਿਆ ਹੋਇਆ, ਉਹਨੂੰ ਇਹਦੀ ਜੀਵ ਆਤਮਾ ਨੂੰ ਇਹ ਪਤਾ ਲੱਗ ਜਾਂਦਾ ਮੈਂ ਵਿਛੜੀ ਹੋਈ ਹਾਂ। ਇਸ ਕਰਕੇ ਜਿਵੇਂ ਮਨੁੱਖ ਕੋਈ ਚੀਜ਼ ਵਿਛੜ ਜਾਏ ਨਾ, ਕੋਈ ਪ੍ਰਾਣੀ ਝੜ ਜਾਏ, ਲੰਮੇ ਲੰਮੇ ਸਵਾਸ ਲੈਂਦਾ ਹੈ, ਕਹਿੰਦੇ ਐਵੇਂ ਪਰਮੇਸ਼ਰ ਦੀ ਭਗਤੀ 'ਚ ਲੱਗਿਆ ਮਨੁੱਖ ਵੀ ਰੋਣ ਲੱਗ ਜਾਂਦਾ ਹੈ ਤੇ ਉਹ ਲੰਮੇ ਲੰਮੇ ਸਵਾਸ ਲੈਂਦਾ ਹੈ ਔਰ ਕਹਿੰਦਾ ਹੈ, ਬਾਣੀ 'ਚ ਆਇਆ ਸ਼ਬਦ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਐਵੇਂ ਕਹਿੰਦਾ ਹੈ। ਇਹ ਸ਼ਬਦ ਗੁਰਬਾਣੀ 'ਚ ਨਹੀਂ, ਇਹ ਅਵਸਥਾਵਾਂ ਦੀਆਂ ਗੱਲ ਨੇ। ਜਿੰਨੇ ਵੀ ਗੁਰਬਾਣੀ 'ਚ ਸ਼ਬਦ ਨੇ ਸਾਰੇ ਅਵਸਥਾਵਾਂ ਤੇ ਢੁਕਦੇ ਨੇ। ਹੁਣ ਇਹ ਪਹਿਲੀ ਅਵਸਥਾ ਦੇ ਵਿੱਚ ਮਨੁੱਖ ਹੈ, ਉਹ ਲੰਮੇ ਲੰਮੇ ਦੀਰਘ ਸਵਾਸ ਲੈਂਦਾ ਹੈ ਅਤੇ ਰੁਦਨ ਕਰਦਾ ਹੈ। ਰੋਮੰਚਤ ਹੋਏ ਗਦ ਗਦ ਬਾਨੀ, ਕਬ ਗੁਣ ਗਾਏ ਕੇ ਤੂਸਨ ਠਾਨੀ। ਉਹਦੀ ਜਿਹੜੀ ਬਾਣੀ ਹੈ ਉਹ ਤੋਂ ਬੋਲਿਆ ਨਹੀਂ ਜਾਂਦਾ, ਕਦੇ ਚੁੱਪ ਹੋ ਜਾਂਦਾ ਹੈ, ਕਦੇ ਰੋ ਪੈਂਦਾ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਕਦੀ ਤੇ ਮਨੁੱਖ ਕਹਿੰਦੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹੀਂ। ਕਦੇ ਉਹ ਰੋ ਪੈਂਦੇ ਨੇ, ਕਦੇ ਹੱਸ ਪੈਂਦੇ ਨੇ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ ਹੈ। ਸਭ ਮੁਖ ਕੋ ਸਾਵਾ ਹੋਏ ਰੰਗ, ਸੁਧ ਭੂਲ ਹੈ ਸਭ ਆਦਿਕ ਅੰਗ। ਇਹ ਵੀ ਅਵਸਥਾ ਆ ਜਾਂਦੀ ਹੈ, ਜਿਵੇਂ ਕੋਈ ਚੀਜ਼ ਵਿਛੜ ਜਾਏ ਨਾ ਮਨੁੱਖ, ਉਹਦੇ ਵਿਛੋੜੇ 'ਚ ਰੰਗ ਕਾਲਾ ਹੋ ਜਾਂਦਾ ਹੈ, ਉਹਦਾ ਮੁੱਖ ਜਿਹੜਾ ਮੁਰਝਾ ਜਾਂਦਾ ਹੈ। ਕਹਿੰਦੇ ਇਵੇਂ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਲੱਗ ਜਾਂਦਾ ਹੈ, ਸ਼ੁਰੂ ਦੇ ਵਿੱਚ ਉਹਦਾ ਰੰਗ ਜਿਹੜਾ ਹੈ ਉਹ ਕੁਝ ਹੋਰ ਹੋ ਜਾਂਦਾ ਹੈ। ਜਿਉਂ ਜਿਉਂ ਵੱਧ ਹੈ ਪ੍ਰੇਮ ਵਡੇਰਾ, ਤਿਉਂ ਤਿਉਂ ਹੋਤ ਆਹਾਰ ਛੁਟੇਰਾ। ਜਿਉਂ ਪਰਮਾਤਮਾ ਦਾ ਪ੍ਰੇਮ ਵੱਧਦਾ ਹੈ, ਉਹ ਫਿਰ ਰੋਟੀ ਸਵਾਦਾਂ ਵਿੱਚ ਨਹੀਂ ਪੈਂਦਾ, ਉਹਦਾ ਪ੍ਰਸ਼ਾਦਾ ਪਾਣੀ ਵੀ ਘਟ ਜਾਂਦਾ। ਆਮ ਅਸੀਂ ਕੋਈ ਵਿਛੜਿਆ ਹੋਇਆ ਨਾ, ਕਿਸੇ ਦਾ ਕੋਈ ਬਹੁਤ ਕੁਝ ਚਲਾ ਜਾਏ, ਕਈ ਦਿਨ ਰੋਂਦਾ ਰਹਿੰਦਾ ਵੀ ਮੇਰੇ ਤੋਂ ਵਿਛੜ ਗਿਆ, ਰੋਟੀ ਨਹੀਂ ਖਾਂਦਾ। ਐਵੇਂ ਜਿਹੜੇ ਪਰਮੇਸ਼ਰ ਤੋਂ ਵਿਛੜੇ ਨੇ ਉਹ ਬਾਰ-ਬਾਰ ਇਸ ਚੀਜ਼ 'ਚ ਪੈ ਜਾਂਦੇ ਨੇ, ਰੋਟੀ ਘੱਟ ਖਾਂਦੇ ਨੇ। ਕਿਉਂ? ਉਹਨਾਂ ਦੇ ਵਿੱਚ ਇੱਕ ਹੀ ਤਾਂਘ ਰਹਿੰਦੀ ਹੈ ਪਰਮੇਸ਼ਰ ਨੂੰ ਮਿਲਣ ਦੀ। ਭੂਖ ਪਿਆਸ ਕੀ ਗਮ ਹੋਏ ਥੋਰੀ, ਨਿਤ ਦਿਨ ਰਹਿ ਪ੍ਰੇਮ ਮਤ ਬੋਰੀ। ਦਿਨ ਰਾਤ ਭੁੱਖ ਪਿਆਸ ਨਹੀਂ ਲੱਗਦੀ, ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਹੀ ਗੁਜ਼ਰ ਜਾਂਦੀ ਹੈ। ਪ੍ਰੇਹੋ ਤੇ ਬਦਹਿ ਬੇਖਾਦ ਅਧੀਰਾ, ਬੰਧਨ ਬਰਨ ਹੋਏ ਆਵਤ ਪੀਰਾ। ਦੂਜੀ ਅਵਸਥਾ 'ਚ ਫਿਰ ਉਹਦੇ ਅੰਦਰ ਬੇਚੈਨੀ ਵੱਧ ਜਾਂਦੀ ਹੈ, ਹੌਲੀ ਹੌਲੀ ਰੰਗ ਉਹਦਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪਿਆਰੇ ਕੀ ਜੇ ਬਾਤ ਬਤਾਵਹਿ, ਅਸ ਸੰਤਨ ਕੇ ਨਿਕਟ ਸਿੰਧਾਵਹਿ। ਉਹ ਹੋਰ ਕਿਸੇ ਕੋਲ ਤੇ ਬਹਿੰਦਾ ਨਹੀਂ, ਜਿਹੜੇ ਕੋਈ ਉਹਨੂੰ ਰੱਬ ਦੀ ਗੱਲ ਦੱਸਦੇ ਨੇ ਸਿਰਫ ਉਹਨਾਂ ਕੋਲ ਹੀ ਬਹਿੰਦਾ, ਦੂਜੇ ਕਿਸੇ ਦੀ ਉਹ ਗੱਲ ਸੁਣਨੀ ਨਹੀਂ ਚਾਹੁੰਦਾ ਹੈ। ਸੁਣ ਪਿਖ ਕੈ ਪ੍ਰਿਯ ਮਿਲਨ ਨਿਸ਼ਾਨੀ, ਨਿਕਟ ਜਾਨ ਹੋਏ ਪ੍ਰੀਤ ਮਹਾਨੀ। ਉਹ ਫਿਰ ਪਰਮਾਤਮਾ ਦੇ ਮਿਲਣ ਦੇ ਲੱਛਣ ਜਾਣਨ ਲੱਗ ਜਾਂਦਾ ਵੀ ਉਹਨੂੰ ਕਿਵੇਂ ਮਿਲਿਆ ਜਾਏ, ਫਿਰ ਦਿਨ ਰਾਤ ਉਹਦੀ ਪ੍ਰੀਤ ਵੱਧਦੀ ਹੀ ਜਾਂਦੀ ਹੈ। ਸੰਤ ਸੰਗ ਜਬ ਵਧਿਓ ਵਧੇਰਾ, ਪੂਰਨ ਪ੍ਰਭੂ ਸਰਬ ਮੈਂ ਹੇਰਾ। ਜਿਵੇਂ ਫਿਰ ਉਹਦੀ ਸਤ ਸੰਗਤ ਵੱਧਦੀ ਜਾਂਦੀ ਹੈ, ਰੱਬ ਦਾ ਨਾਂ ਜਪਦਾ ਰਹਿੰਦਾ ਹੈ, ਸਤ ਸੰਗਤ ਕਰਦਾ ਰਹਿੰਦਾ ਹੈ, ਇੱਕ ਦਿਨ ਐਸਾ ਆ ਜਾਂਦਾ ਹੈ ਉਹ ਪਰਮੇਸ਼ਰ ਨੂੰ ਹਰ ਥਾਂ ਤੇ ਵੇਖਣਾ ਸ਼ੁਰੂ ਕਰ ਦਿੰਦਾ ਹੈ। ਤਬ ਮੁਖ ਲਾਲ ਰੰਗ ਦ੍ਰਿਸ਼ਟਾਵੈ, ਤ੍ਰਿਪਤ ਹੋਏ ਮਨ ਕਤਹੂ ਨਾ ਧਾਵੈ। ਇਹ ਫਿਰ ਮਹਾਰਾਜ ਕਹਿੰਦੇ ਫਿਰ ਉਹਦਾ ਰੰਗ ਲਾਲ ਹੋ ਜਾਂਦਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਉੱਥੇ ਫਿਰ ਮਨ ਤ੍ਰਿਪਤ ਹੋ ਜਾਂਦਾ ਹੈ। ਇਹ ਉਸ ਅਵਸਥਾ ਦੀ ਗੱਲ ਹੈ ਜਿੱਥੇ ਪਰਮੇਸ਼ਰ ਚਾਰੇ ਬੰਨੇ ਵਿਖੇ, ਜ਼ਿੰਦਗੀ ਵਿੱਚ ਕੁਝ ਵੀ ਵਾਪਰਿਆ ਹੈ ਪਰਮੇਸ਼ਰ ਹੀ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਘਰੋਂ ਕੁੱਤਾ ਮੱਖਣ ਚੁੱਕ ਕੇ ਲੈ ਗਿਆ, ਪਿੱਛੇ ਬਾਟਾ ਲੈ ਕੇ ਲੱਗ ਗਏ, ਕਹਿੰਦੇ ਭਗਵਾਨ ਜੀ ਇੰਨਾ ਕਿਉਂ ਲੈ ਗਏ, ਉਹ ਵੀ ਖਾ ਜਾਓ। ਹੁਣ ਕੋਈ ਵਿਗਿਆਨੀ ਵੇਖੇਗਾ, ਉਹ ਕਹੇਗਾ ਪਾਗਲ ਹੋ ਗਿਆ ਹੈ, ਇਹ ਕੁੱਤਿਆਂ ਨੂੰ ਰੱਬ ਕਹੀ ਜਾਂਦਾ ਹੈ ਸਾਧ ਸੰਗਤ। ਪਰ ਨਹੀਂ, ਜਿਹੜੀ ਅਵਸਥਾ ਤੇ ਉਹ ਪਹੁੰਚਿਆ ਹੁੰਦਾ ਹੈ, ਆਮ ਜਿਹੜਾ ਗਿਆਨੀ ਹੈ ਉਹ ਤੇ ਫਿਲੋਸਫਰੀ ਤਰਕ ਸ਼ਾਸਤਰ 'ਚ ਫਸਿਆ ਹੋਇਆ ਹੈ, ਉਹਦੀ ਅਵਸਥਾ ਉੱਥੋਂ ਤਾਈਂ ਨਹੀਂ ਪਹੁੰਚਦੀ ਹੈ। ਸ਼ਾਂਤ ਮਧੁਰਤਾ ਤਬ ਹੋਏ ਆਈ, ਅੰਤਰ ਬ੍ਰਿਤੀ ਸਥਿਰਤਾ ਪਾਈ। ਉਹਦੀ ਇਹ ਨਿਸ਼ਾਨੀ ਹੈ, ਉਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਬੋਲਣਾ ਮਿੱਠਾ ਹੋ ਜਾਂਦਾ ਹੈ, ਹਰੇਕ ਦੇ ਨਾਲ ਜੀ ਕਰਕੇ ਬੋਲਦਾ, ਕਿਸੇ ਨਾਲ ਕੋਈ ਝਗੜਾ ਨਹੀਂ। ਉਹ ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਨਾ ਕੋ ਵੈਰੀ
नहीं बेगाना, सगल संग हमको बन आई। दृढ़ अभ्यास ज्ञान मन लावै, परा भगत उत्पत होए आवै। ਉਹਦਾ ਜਿਹੜਾ ਧਿਆਨ ਹੈ ਨਾ ਫਿਰ ਉਹ ਨਹੀਂ ਟੁੱਟਦਾ। ਅੱਖਾਂ ਬੰਦ ਕਰਦਾ ਨਾਲੋਂ ਨਾਲ ਧਿਆਨ ਪਰਮੇਸ਼ਰ ਵਿੱਚ ਹੀ ਚਲਾ ਜਾਂਦਾ ਹੈ। अपन स्वरूप निहारन चाहा, ईश्वर जीव अभेद उमाहा। ਉਹਨੇ ਆਪਣਾ ਇਹ ਨਿੱਜੀ ਸਰੂਪ ਵੇਖਣਾ ਚਾਹਿਆ ਤੇ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ। सत चेतन आनंद ब्रह्म रूप, नभ सम व्याप्यो चलत अनूप। ਜਿਵੇਂ ਆਕਾਸ਼ ਸਾਰੀ ਥਾਂ ਤੇ ਵਿਖਦਾ ਹੈ, ਫਿਰ ਐਸੇ ਮਨੁੱਖ ਨੂੰ ਪਰਮਾਤਮਾ ਹਰ ਥਾਂ ਤੇ ਵਿਖਦਾ ਹੈ। इस प्रकार जे भगत कमावै, एक कत्ता ब्रह्म रूप होए जावै। ਜੇ ਇਸ ਪ੍ਰਕਾਰ ਦੀ ਕੋਈ ਭਗਤੀ ਕਮਾਏ, ਇੰਨੇ ਪ੍ਰੇਮ ਪਰਮਾਤਮਾ ਦੇ ਨਾਲ ਕਰੇ, ਕਹਿੰਦੇ ਉਹ ਬ੍ਰਹਮ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ। ਪਰਮਾਤਮਾ ਨਿਰਵੈਰ ਹੈ, ਉਹ ਵੀ ਨਿਰਵੈਰ। ਪਰਮਾਤਮਾ ਨਿਰਭਉ, ਉਹ ਵੀ ਨਿਰਭਉ। ਅਕਾਲ ਮੂਰਤ, ਕਾਲ ਤੋਂ ਬਾਹਰ ਚਲਾ ਜਾਂਦਾ ਹੈ। ਉਹ ਫਿਰ ਫਿਊਚਰ ਦੀਆਂ ਚਿੰਤਾਵਾਂ 'ਚ ਨਹੀਂ ਜਾਂਦਾ। ਪਾਸਟ ਦੇ ਜਿਹੜੀਆਂ ਗੱਲਾਂ ਉਹਦੇ ਨਾਲ ਭੂਤਕਾਲ 'ਚ ਵਾਪਰੀਆਂ ਨੇ, ਸਭ ਚਿੰਤਾਵਾਂ ਛੱਡ ਦਿੰਦਾ ਹੈ। तिन्हु सुन कै भये आनंद, खानू माइया अर गोबिंद। ਐਵੇਂ ਫਿਰ ਇਹ ਜਿਹੜੇ ਤਿੰਨ ਸਿੱਖ ਆਏ ਸਨ, ਖਾਨੂ, ਮਈਆ ਤੇ ਗੋਬਿੰਦ, ਤਿੰਨਾਂ ਨੂੰ ਜਦੋਂ ਇਹ ਭਗਤੀ ਬਾਰੇ ਐਵੇਂ ਸੁਣਿਆ, ਬੜੇ ਆਨੰਦ ਦੇ ਵਿੱਚ ਚਲੇ ਗਏ। ਇੱਥੋਂ ਤਾਈਂ ਦੀ ਆਪਾਂ ਕਥਾ ਅੱਜ ਸ਼ਰਵਣ ਕਰਾਂਗੇ। ਕੱਲ੍ਹ ਨੂੰ ਮਹਾਰਾਜ ਹੋਰ ਸਿੱਖ ਆਉਣਗੇ, ਹੋਰ ਸਵਾਲ ਕਰਨਗੇ ਕਿਵੇਂ ਕਿਵੇਂ ਉਹ ਭਗਤੀ ਤਾਈਂ ਪਹੁੰਚੇ। ਕਿਉਂਕਿ ਕਿਸੇ ਦੀ ਜੀਵਨੀ ਤੋਂ ਸਾਨੂੰ ਸੇਧ ਮਿਲਦੀ ਹੈ, ਫਲਾਣਾ